ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਦਸ ਪਾਤਸ਼ਾਹ ਬਣੋ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਥੋੜ੍ਹੀ ਜਿਹੀ ਸਾਫ਼ ਕਰਨੀ ਚਾਹੁੰਦਾ ਕਿ ਇਹ ਗੱਲ ਲੱਗ ਸਕਦੀ ਹੈ ਕਿ ਵਿਸਾਖੀ ਦੇ ਦਿਨ ਜੋ ਕੁਝ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਮੇਰਾ ਖਿਆਲ ਕੋਈ ਸਿੱਖ ਬੱਚਾ ਵੀ ਹੈ, ਭਾਵੇਂ ਬਜ਼ੁਰਗ ਹੈ, ਬੀਬੀ ਹੈ, ਨੌਜਵਾਨ ਹੈ, ਸ਼ਾਇਦ ਹੀ ਕੋਈ ਇਹੋ ਜਿਹਾ ਅਭਾਗਾ ਸਿੱਖ ਹੋਊ ਜਿਹਨੂੰ ਉਸ ਘਟਨਾ ਬਾਰੇ ਜਿੰਨਾ ਕੁ ਵਿਸਥਾਰ ਹੈ ਉਹਦਾ ਪਤਾ ਨਾ ਹੋਵੇ। ਸੋ ਕੁਛ ਗੱਲਾਂ ਜਿਨ੍ਹਾਂ ਦਾ ਤੁਸੀਂ ਇੱਥੇ ਜਿੰਨੀ ਵੀ ਸੰਗਤ ਹਾਜ਼ਰ ਹੈ, ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਤੁਹਾਨੂੰ ਕੁਛ ਗੱਲਾਂ ਦਾ ਤਾਂ ਪਤਾ ਹੀ ਹੈ ਪਹਿਲਾਂ, ਪਰ ਕੁਛ ਗੱਲਾਂ ਜਿਹੜੀਆਂ ਮੇਰੇ ਮਨ 'ਚ ਆਈਆਂ ਕਿ ਜਿਹੜਾ ਸਾਨੂੰ ਲੱਗਦਾ ਹੁੰਦਾ ਕਿ ਗੱਲਾਂ ਦਾ ਪਤਾ ਹੈ ਉਹ ਤਾਂ ਠੀਕ ਹੈ, ਕੁਛ ਗੱਲਾਂ ਦਾ ਪਤਾ ਹੁੰਦਾ, ਪਰ ਕੁਛ ਗੱਲਾਂ ਦਾ ਨਹੀਂ ਪਤਾ ਹੁੰਦਾ। ਗੱਲਾਂ ਦੇ ਪਿੱਛੇ ਵੀ ਕੋਈ ਗੱਲਾਂ ਹੁੰਦੀਆਂ, ਪ੍ਰਗਟ ਹੋ ਰਹੇ ਸੱਚ ਦੇ ਪਿੱਛੇ ਵੀ ਕੋਈ ਸੱਚ ਹੁੰਦਾ। ਸੋ ਆਪਾਂ ਨੂੰ ਦਸਮ ਪਾਤਸ਼ਾਹ ਗੁਰੂ ਸਾਹਿਬਾਨ ਨੇ ਇੱਕ ਅਜਿਹੀ ਦ੍ਰਿਸ਼ਟੀ ਅੰਤਰਦ੍ਰਿਸ਼ਟੀ ਬਖਸ਼ੀ ਹੈ ਕਿ ਅਸੀਂ ਜੋ ਕੁਝ ਵਾਪਰ ਰਿਹਾ ਉਹਦੇ ਪਿਛੋਕੜ 'ਚ ਜੋ ਅਦ੍ਰਿਸ਼ਟਮਾਨ ਚੱਲ ਰਿਹਾ ਹੈ, ਅਸੀਂ ਆਪਦੀ ਨਜ਼ਰ ਨੂੰ ਜਾਂ ਦ੍ਰਿਸ਼ਟੀ ਨੂੰ ਉੱਥੋਂ ਤੱਕ ਲੈ ਕੇ ਜਾਣਾ। ਸੋ ਆਪਾਂ ਸ਼ੁਰੂ ਕਰਦੇ ਹਾਂ। ਗੱਲ ਕੋਈ ਬਹੁਤਾ ਲੰਮਾ ਚੌੜਾ ਵਿਸਥਾਰ 'ਚ ਨਾ ਜਾਈਏ। ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ, ਜਿਹੜੀ ਕਿ ਉਦੋਂ ਪ੍ਰਚਲਿਤ ਸੀ, ਤਾਂ 1756 ਬਿਕਰਮੀ ਦੀ ਪਹਿਲੀ ਵਿਸਾਖ, ਅਤੇ ਉਸ ਤੋਂ ਬਾਅਦ ਜਿਹੜਾ ਅੱਜ ਕੈਲੰਡਰ ਚੱਲ ਰਿਹਾ ਹੈ, ਜਿਹੜੀਆਂ ਅੱਜ ਤਰੀਕਾਂ ਸਾਡੇ ਜੇਨ 'ਚ ਆਉਂਦੀਆਂ, ਉਸ ਮੁਤਾਬਕ 1699 ਈਸਵੀ 26 ਮਾਰਚ ਸੀ। ਉਸ ਸਾਲ ਪਹਿਲੀ ਵਿਸਾਖ ਸੀ, ਪਰ 26 ਮਾਰਚ ਦਾ ਦਿਨ ਸੀ ਅਤੇ ਵੀਰਵਾਰ ਦਾ ਦਿਹਾੜਾ ਸੀ। ਉਸ ਮੌਕੇ ਜੇ ਆਪਾਂ ਅੱਜ ਦੇ ਕੈਲੰਡਰ ਨੂੰ ਉਹਦੇ ਨਾਲ ਮਿਲ ਕੇ ਦੇਖੀਏ, ਸੋ ਉੱਥੇ ਜੋ ਕੁਛ ਹੋਇਆ ਉਹਦਾ ਜਿਹੜਾ ਇੱਕ ਸਥੂਲ ਦ੍ਰਿਸ਼ ਹੈ, ਉਹਦੇ ਬਾਰੇ ਆਪਾਂ ਕੋਈ ਬਹੁਤੇ ਵਿਸਥਾਰ 'ਚ ਨਹੀਂ ਜਾਣਾ, ਉਹ ਸਾਰਿਆਂ ਨੂੰ ਪਤਾ ਹੈ, ਕਿਉਂਕਿ ਉੱਥੇ ਮੌਜੂਦ ਹਰ ਸਥੂਲ ਅੱਖ ਨੇ ਜੋ ਦੇਖਿਆ ਉਹ ਇਹ ਸੀ ਕਿ ਦਸਮ ਪਾਤਸ਼ਾਹ ਨੇ ਬਹੁਤ ਚਿਰ ਪਹਿਲਾਂ ਹੀ, ਵਿਸਾਖੀ ਤੋਂ ਬਹੁਤ ਚਿਰ ਪਹਿਲਾਂ, ਸਾਰੀ ਸੰਗਤ ਨੂੰ ਸੁਨੇਹੇ ਪਹੁੰਚਾਤੇ ਸੀ ਕਿ ਵਿਸਾਖੀ ਦੇ ਦਿਹਾੜੇ 'ਤੇ ਹਰ ਸਿੱਖ ਜੋ ਵੀ ਚੱਲ ਕੇ ਆ ਸਕਦਾ ਉਹ ਅਨੰਦਪੁਰ ਸਾਹਿਬ ਪਹੁੰਚੇ। ਬਸ ਇਹਨਾਂ ਹੁਕਮ ਹੀ ਹੋਇਆ ਸੀ, ਕਿਤੇ ਕੋਈ ਇਸ਼ਾਰਾ ਵੀ ਨਹੀਂ ਸੀ ਦਿੱਤਾ ਵੀ ਹੋਣ ਕੀ ਜਾ ਰਿਹਾ। ਉਦੋਂ ਦਾ ਸਿੱਖ ਸਾਡੇ ਵਰਗਾ ਵੀ ਨਹੀਂ ਸੀ ਅੱਜ ਵਾਂਗੂ ਵੀ ਪਹਿਲਾਂ ਦੱਸੋ ਤਾਂ ਸਹੀ ਉੱਥੇ ਹੋਣਾ ਕੀ ਹੈ, ਫਿਰ ਦੇਖਾਂਗੇ ਆਉਣਾ ਕਿ ਨਹੀਂ ਆਉਣਾ। ਉਦੋਂ ਦਾ ਸਿੱਖ ਹੋਰ ਤਰ੍ਹਾਂ ਸੀ, ਉਹਨੂੰ ਇੱਕੋ ਹੀ ਸ਼ਬਦ ਆਉਂਦਾ ਸੀ ਜਦੋਂ ਗੁਰੂ ਦਾ ਹੁਕਮ ਹੁੰਦਾ ਸੀ, ਉੱਥੇ ਕੋਈ ਸਵਾਲ ਨਹੀਂ, ਉੱਥੇ ਹੱਥ ਜੁੜ ਜਾਂਦੇ ਸੀ ਅਤੇ ਮੂੰਹ 'ਚੋਂ ਸੱਤ ਵਚਨ ਨਹੀਂ ਨਿਕਲਦਾ ਸੀ। ਬਸ ਨਾ ਕੋਈ ਸ਼ੰਕਾ ਨਾ ਸਵਾਲ। ਇਸ ਕਰਕੇ ਕਿਸੇ ਨੇ ਇਹ ਗੱਲ ਘੋਖਣ ਦੀ ਲੋੜ ਹੀ ਨਹੀਂ ਸਮਝੀ ਕਿ ਜੋ ਹੋਣਾ ਵਾਹਿਗੁਰੂ ਨੂੰ ਪਤਾ ਹੈ, ਉਹ ਸਾਹਮਣੇ ਵੀ ਆ ਜਾਣਾ, ਸਾਨੂੰ ਤਾਂ ਪਹੁੰਚਣ ਦਾ ਹੁਕਮ ਹੋਇਆ। ਸੋ ਉੱਥੇ ਇਹ ਸਾਰੇ ਇਤਿਹਾਸ 'ਚ ਦਰਜ ਹੈ ਕਿ ਜੋ ਇਕੱਠ ਹੋਇਆ ਉਸ ਦਿਨ, ਉਹ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਤਿਹਾਸ ਦਾ ਪਹਿਲਾ ਐਡਾ ਵੱਡਾ ਇਕੱਠ ਸੀ। ਸੰਗਤਾਂ ਜੁੜਦੀਆਂ ਰਹੀਆਂ ਨੇ ਹੋਰਾਂ ਪਾਤਸ਼ਾਹੀਆਂ ਵੇਲੇ ਵੀ, ਹੋਰਾਂ ਪੁਰਬਾਂ 'ਤੇ ਵੀ, ਪਰ ਉਸ ਦਿਨ ਦਾ ਇਕੱਠ
ਲਾਸਾਨੀ ਸੀ ਕਿ ਜੋ ਵੀ ਆ ਸਕਦਾ ਸੀ ਉਸ ਦਿਨ ਘਰੇ ਨਹੀਂ ਰਿਹਾ ਸੀ, ਕਿੰਨੀ ਵੀ ਦੂਰ ਕਿਉਂ ਨਾ ਹੋਵੇ। ਉਦੋਂ ਆਪਾਂ ਨੂੰ ਪਤਾ ਹੈ ਆਉਣ ਦੇ ਸਾਧਨ ਵੀ ਅੱਜ ਵਾਂਗੂ ਨਹੀਂ ਸੀ, ਨਾ ਸੁਨੇਹੇ ਦੇਣ ਦੇ ਸਾਧਨ ਅੱਜ ਵਰਗੇ ਸੀ। ਸੋ ਜਿਵੇਂ ਵੀ ਕੋਈ ਪਹੁੰਚ ਸਕਦਾ ਸੀ ਉੱਥੇ ਪਹੁੰਚੇ। ਤੇ ਮੈਂ ਹੁਣ ਗੱਲ ਕਰ ਰਿਹਾ ਵੀ ਜਿਹੜਾ ਹਰ ਉੱਥੇ ਮੌਜੂਦ ਅੱਖ ਨੇ ਆਪਦੇ ਅੱਖੀਂ ਦੇਖਿਆ ਜਿੰਨਾ ਕੁ ਸਤੂਲ ਨਜ਼ਾਰਾ, ਉਹ ਤਾਂ ਇਹ ਸੀ ਕਿ ਬਹੁਤ ਦੂਰ ਤੱਕ ਕਨਾਤਾਂ ਲੱਗੀਆਂ ਹੋਈਆਂ ਸੀ। ਜਗ੍ਹਾ ਉਹੀ ਜਿੱਥੇ ਅੱਜ ਕੱਲ੍ਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਉਸ ਮੌਕੇ ਖੁੱਲ੍ਹਾ ਮੈਦਾਨ ਸੀਗਾ, ਪਹਾੜੀ ਦੇ ਉੱਤੇ ਹੈ, ਉਚਾਈ 'ਤੇ ਹੈ, ਤੋ ਜ਼ਮੀਨ ਵੱਡੀ ਪੱਧਰ 'ਤੇ ਸਾਫ਼ ਕੀਤੀ ਗਈ ਹੋਣੀ ਹੈ ਇੰਨੀ ਸੰਗਤ ਦੇ ਸਮਾਉਣ ਵਾਸਤੇ। ਕਨਾਤਾਂ ਲੱਗੀਆਂ ਤੇ ਗੁਰੂ ਸਾਹਿਬ ਦੇ ਬੈਠਣ ਜਾਂ ਖੜ੍ਹਨ ਵਾਸਤੇ ਇੱਕ ਉੱਚਾ ਪਲੇਟਫਾਰਮ ਬਣਿਆ ਇੱਕ ਸਿਰੇ ਦੇ ਉੱਤੇ। ਉਸ ਪਲੇਟਫਾਰਮ ਦੇ ਨਾਲ ਹੀ ਇੱਕ ਛੋਟਾ ਜਿਹਾ ਨੀਲਾ ਤੰਬੂ ਹੈ। ਉਹ ਤੰਬੂ ਦੇ ਅੰਦਰ ਕੀ ਹੈ ਇਹ ਕਿਸੇ ਸਿੱਖ ਨੇ ਨਾ ਜਾਣਨ ਦੀ ਕੋਸ਼ਿਸ਼ ਕੀਤੀ ਨਾ ਪੁੱਛਣ ਦੀ, ਪਰ ਤੰਬੂ ਸੀ। ਸੋ ਗੁਰੂ ਸਾਹਿਬ ਉਸੇ ਪਾਸੇ ਤੋਂ ਦੀਵਾਨ ਦੇ ਵਿੱਚ ਪ੍ਰਗਟ ਹੋਏ। ਆਉਂਦੇ ਸਿੱਧੇ ਉਹ ਉਸ ਥੜੇ ਦੇ ਉੱਤੇ ਚੜ੍ਹੇ, ਬੈਠੇ ਨਹੀਂ, ਖੜ ਕੇ ਇੱਕ ਨਜ਼ਰ ਸਾਰੀ ਸੰਗਤ 'ਤੇ ਮਾਰੀ। ਉਸ ਤੋਂ ਬਾਅਦ ਤੇਗ ਹਮੇਸ਼ਾ ਹੀ ਹੱਥ 'ਚ ਹੁੰਦੀ ਸੀ, ਕੋਈ ਨਵਾਂ ਦਿਨ ਨਹੀਂ ਸੀ। ਪਰ ਉਸ ਦਿਨ ਉਹਨਾਂ ਨੇ ਜਦੋਂ ਖੜ੍ਹੇ ਤਾਂ ਤੇਗ 'ਚੋਂ ਮਿਆਨ ਦੇ ਵਿੱਚੋਂ ਜਿਹੜੀ ਤੇਗ ਬਾਹਰ ਕੱਢੀ, ਫਿਰ ਹਵਾ 'ਚ ਲਹਿਰਾਈ ਤੇ ਬੋਲੇ, ਮੈਨੂੰ ਇੱਕ ਸਿਰ ਦੀ ਲੋੜ, ਬਸ, ਤੇ ਮੇਰਾ ਕੋਈ ਪਿਆਰਾ ਇੱਕ ਸਿੱਖ ਅੱਗੇ ਆਵੇ, ਇੰਨਾ ਹੀ ਹੁਕਮ ਹੋਇਆ ਬਸ। ਉਸ ਤੋਂ ਬਾਅਦ ਆਪਾਂ ਬੜਾ ਅਲੱਗ-ਅਲੱਗ ਕਿਸਮ ਦਾ ਵਰਣਨ ਪੜ੍ਹਦੇ ਕਿ ਗੁਰੂ ਨੇ ਤਾਂ ਹੁਕਮ ਕਰਤਾ, ਸੰਗਤ ਦਾ ਹੁੰਗਾਰਾ ਕੀ ਸੀ ਭਲਾ? ਸੰਗਤ ਨੇ ਕੀ ਕੀਤਾ? ਕਿਸੇ ਨੇ ਇਹ ਲਿਖਿਆ ਕਿ ਸੁੰਨ ਵਰਤ ਗਈ, ਕਿਸੇ ਨੇ ਇਹ ਲਿਖਿਆ ਕਿ ਸੰਗਤ 'ਚ ਇੱਕਦਮ ਘਬਰਾਹਟ ਫੈਲ ਗਈ, ਕਿਸੇ ਨੇ ਇਹ ਲਿਖਿਆ ਕਿ ਕੁਛ ਡਰ ਕੇ ਭੱਜ ਵੀ ਗਏ, ਤੇ ਕਿਸੇ ਨੇ ਇਹ ਵੀ ਕਿਹਾ ਕਿ ਉੱਠ ਕੇ ਕਈ ਮਾਤਾ ਗੁਜਰੀ ਪਾਸ ਵੀ ਗਏ ਕਿ ਅੱਜ ਗੁਰੂ ਨੂੰ ਕੀ ਹੋ ਗਿਆ, ਤੁਸੀਂ ਆਓ ਗੱਲ ਕਰੋ ਉਹਨਾਂ ਨਾਲ। ਮਤਲਬ ਇਹ ਇਤਿਹਾਸ ਦੇ ਵਿੱਚ ਵਰਣਨ ਲਿਖਤੀ ਵੀ ਮਿਲਦੇ ਆ ਤੇ ਤੁਸੀਂ ਸੁਣੇ ਵੀ ਹੋਣੇ। ਬਸ ਆਪਾਂ ਇਸ ਮਸਲੇ 'ਤੇ ਗੱਲ ਕਰਨੀ ਹੈ। ਇਹ ਜਿਹੜੇ ਵਰਣਨ ਇਸ ਕਿਸਮ ਦੇ ਨੇ, ਕੀ ਇਹ ਸਾਰੇ ਸੱਚੇ ਹੈ? ਜੇ ਸੱਚੇ ਨਹੀਂ ਤਾਂ ਕੀ ਕਿਸੇ ਨੇ ਸੋਚ ਸਮਝ ਕੇ ਗਿਣ ਮਿਥ ਕੇ ਝੂਠ ਬੋਲਿਆ? ਜੇ ਆਪਾਂ ਇਹ ਵੀ ਮੰਨ ਲਈਏ ਕਿ ਕਿਸੇ ਨੇ ਗਿਣ ਮਿਥ ਕੇ ਝੂਠ ਨਹੀਂ ਬੋਲਿਆ, ਉਹਨੂੰ ਲੱਗਿਆ ਹੀ ਇਸ ਤਰ੍ਹਾਂ, ਕਿਉਂਕਿ ਉੱਥੇ ਜੋ ਸੰਗਤ ਮੌਜੂਦ ਸੀ ਉਹਨਾਂ 'ਚੋਂ ਜਿਹੜੀ ਕੋਈ ਅਜਿਹਾ ਸ਼ਖਸ ਜਿਹਨੇ ਲਿਖਤੀ ਰਿਕਾਰਡ ਰੱਖਿਆ ਹੋਵੇ ਉਸ ਮੌਕੇ ਦਾ, ਉਹ ਜਿੰਨੀ ਕੁ ਖੋਜ ਆਪਾਂ ਕਰ ਸਕਦੇ ਹਾਂ ਇਤਿਹਾਸ ਦੀ, ਉਹਦੇ 'ਚ ਦੋ ਬੰਦੇ ਹੀ ਹੈ। ਇੱਕ ਔਰੰਗਜ਼ੇਬ ਵੱਲੋਂ ਸਪੈਸ਼ਲ ਤੌਰ 'ਤੇ ਭੇਜਿਆ ਸੂਈਆ, ਜਿਹੜਾ ਪੱਕੇ ਤੌਰ 'ਤੇ ਉੱਥੇ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਗਿਆ ਸੀ ਭੇਸ ਬਦਲ ਕੇ, ਤੇ ਹਰ ਸਰਗਰਮੀ ਦੀ ਖਬਰ ਬਾਦਸ਼ਾਹ ਨੂੰ ਭੇਜ ਦਿੰਦਾ ਸੀ। ਸੋ ਇੱਕ ਤਾਂ ਉਹਦਾ ਜ਼ਿਕਰ ਆਉਂਦਾ ਹੈ ਕਿ ਉਹਨੇ ਆਪਦੀ ਜਿਹੜੀ ਲਿਖਤੀ ਰਿਪੋਰਟ ਹੈ ਉਹ ਦਿੱਲੀ ਦਰਬਾਰ ਨੂੰ ਭੇਜੀ। ਉਹ ਆਪਾਂ ਅੱਗੇ ਗੱਲ ਕਰਾਂਗੇ ਉਹਦੇ ਵਿੱਚ ਕੀ ਹੈ। ਦੂਜਾ ਕਵੀ ਸੈਨਾਪਤੀ, ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਣਾ,
ਉਹਨਾਂ ਦੇ ਗ੍ਰੰਥ ਦੀ ਬੜਾ ਪ੍ਰਸਿੱਧ ਹੈ। ਸੋ ਉਹ ਗੁਰੂ ਗੋਬਿੰਦ ਸਿੰਘ ਵੇਲੇ ਉਹਨਾਂ ਦਾ ਸਮਕਾਲੀ ਸੀ। ਸੋ ਕਿਹਾ ਜਾਂਦਾ ਹੈ ਕਿ ਉਹ ਵੀ ਉੱਥੇ ਮੌਜੂਦ ਸੀ। ਉਹਨੇ ਵੀ ਵਰਣਨ ਲਿਖਿਆ ਕਿ ਉੱਥੇ ਕੀ ਹੋਇਆ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਉਸ ਮੌਕੇ ਤੱਕ ਚਾਰੇ ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ ਸੀ। ਬਾਬਾ ਅਜੀਤ ਸਿੰਘ, ਉਹਨਾਂ ਨੂੰ ਮਾਤਾ ਸੁੰਦਰੀ ਨੇ ਜਨਮ ਦਿੱਤਾ ਸੀ। ਬਾਕੀ ਤਿੰਨਾਂ ਨੂੰ ਮਾਤਾ ਜੀਤੋ ਜੀ ਨੇ ਜਨਮ ਦਿੱਤਾ ਸੀ। ਉਦੋਂ ਤੱਕ ਅਜੇ ਮਾਤਾ ਸਾਹਿਬ ਕੌਰ ਅਨੰਦਪੁਰ ਨਹੀਂ ਪਹੁੰਚੀ ਸੀ। ਇਹ ਕਈ ਬੰਦਿਆਂ ਨੂੰ ਅੱਜ ਪਤਾ ਨਹੀਂ ਕਿ ਉਹ 2 ਸਾਲ, ਉਸ ਤੋਂ 2 ਸਾਲ ਬਾਅਦ ਜਾ ਕੇ ਉਹ ਅਨੰਦਪੁਰ ਸਾਹਿਬ ਆਉਂਦੇ। ਸੋ ਇਹ ਹਨ ਕੁਛ ਜਿਹੜੇ ਨਾ ਝੁਠਲਾਏ ਜਾ ਸਕਣ ਵਾਲੇ ਤੱਥ। ਸੋ ਇਹ ਤਾਂ ਇੱਕ ਹੋ ਗਿਆ ਸਥੂਲ ਦ੍ਰਿਸ਼ ਕਿ ਗੁਰੂ ਨੇ ਸੀਸ ਮੰਗਿਆ। ਬਾਕੀ ਗੱਲ ਆਪਾਂ ਛੱਡ ਦਿੰਦੇ ਹਾਂ। ਡਰ ਫੈਲਿਆ, ਘਬਰਾਹਟ ਫੈਲੀ, ਚੁੱਪ ਪਸਰ ਗਈ, ਕੋਈ ਭੱਜ ਗਿਆ, ਇਹ ਤਾਂ ਆਪਾਂ ਬਾਅਦ 'ਚ ਗੱਲ ਕਰਾਂਗੇ। ਪਰ ਇੱਕ ਗੱਲ ਜ਼ਰੂਰ ਆਪਾਂ ਸਾਰਿਆਂ ਨੂੰ ਪਤਾ ਕਿ ਅਖੀਰ ਦੇ ਵਿੱਚ ਇੱਕ ਸਿੱਖ ਉੱਠਿਆ ਸੀ, ਕਿਉਂਕਿ ਇੱਕ ਨੂੰ ਉੱਠਣ ਦਾ ਹੀ ਹੁਕਮ ਸੀ। ਉਹ ਉੱਠਿਆ ਸੀ ਤੇ ਗੁਰੂ ਸਾਹਿਬ ਉਹਨੂੰ ਆਪਦੇ ਨਾਲ ਉਹ ਨੀਲੇ ਤੰਬੂ ਦੇ ਅੰਦਰ ਲੈ ਗਏ ਸੀ। ਕੁਛ ਚਿਰ ਬਾਅਦ, ਥੋੜ੍ਹੇ ਚਿਰ ਬਾਅਦ, ਗੁਰੂ ਸਾਹਿਬ ਉਸ ਤੰਬੂ 'ਚੋਂ ਬਾਹਰ ਆਉਂਦੇ ਨੇ। ਹੱਥ 'ਚ ਉਹੀ ਤੇਗ ਹੈ, ਨੰਗੀ, ਪਰ ਉਸ ਮੌਕੇ ਉਸ ਤੇਗ 'ਚੋਂ ਲਹੂ ਨੁੱਚੜ ਰਿਹਾ। ਆਉਂਦਿਆਂ ਹੀ ਹੋਰ ਕੋਈ ਗੱਲ ਨਹੀਂ ਕੀਤੀ। ਪਹਿਲਾਂ ਇੱਕ ਦਾ ਹੁਕਮ ਹੋਇਆ ਕਿ ਇੱਕ ਹੋਰ ਆਵੇ। ਹੁਣ ਸਾਰਾ ਰਹੱਸ ਹੈ ਕਿ ਕਿੰਨੇ ਸਿਰ ਮੰਗਣੇ ਆ, ਇਹ ਖੇਡ ਕੀ ਹੈ ਸਾਰੀ। ਪਰ ਮੈਂ ਜਿਵੇਂ ਪਹਿਲਾਂ ਕਿਹਾ, ਉਦੋਂ ਦੇ ਸਿੱਖ ਤੇ ਅੱਜ ਦੇ ਸਿੱਖ 'ਚ ਫਰਕ ਸੀ। ਉਦੋਂ ਸਿੱਖਾਂ ਦਾ ਵਿਸ਼ਵਾਸ ਸੀ ਕਿ ਇਹ ਤਾਂ ਗੁਰੂ ਹੀ ਜਾਣਦਾ। ਅਸੀਂ ਇਹਦੇ 'ਚ ਜਾ ਕੇ ਕੀ ਲੈਣਾ। ਹੁਕਮ ਹੋਇਆ ਉਹਨੂੰ 7 ਵਚਨ ਕਹਿ ਕੇ ਪ੍ਰਵਾਨ ਕਰੋ। ਸੋ ਦੂਜਾ ਉੱਠਿਆ। ਇਸ ਤਰ੍ਹਾਂ ਬਾਰੋ ਬਾਰੀ 5 ਸਰੀਰ ਉੱਠੇ। ਉਹੀ ਗੱਲ ਵਾਪਰਦੀ ਰਹੀ, ਦੁਹਰਾਈ ਜਾਂਦੀ ਰਹੀ ਕਿ ਫਿਰ ਗੁਰੂ ਸਾਹਿਬ ਆਉਂਦੇ ਸੀ, ਹੱਥ 'ਚ ਫਿਰ ਉਹੀ ਤੇਗ ਨੰਗੀ ਹੁੰਦੀ ਸੀ, ਹੋਰ ਲਹੂ ਨੁੱਚੜਦਾ ਹੁੰਦਾ ਸੀ। ਤੇ ਕੁਛ ਚਿਰ ਬਾਅਦ ਉਹ ਪੰਜੇ ਦੇ ਪੰਜੇ ਜਿਹੜੇ ਸਿੰਘ ਨੇ ਉਹ ਗੁਰੂ ਸਾਹਿਬ ਦੇ ਨਾਲ ਹੀ ਬਾਹਰ ਆਏ। ਉਦੋਂ ਉਹਨਾਂ ਦੇ ਬਾਣੇ ਨਵੇਂ ਸੀ। ਜਦੋਂ ਉਹ ਗਏ ਉਹ ਬਾਣੇ ਨਹੀਂ ਸੀ, ਬਾਣੇ ਨਵੇਂ ਸੀ, ਕਮਰ ਕਸੇ ਹੋਏ ਸੀ। ਸੋ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਇਹਨਾਂ 5 ਸਿੰਘਾਂ ਨੂੰ ਅੰਮ੍ਰਿਤ ਛਕਾਉਣਾ। ਸੋ ਐਨ ਉਸ ਮੌਕੇ ਮਾਤਾ ਜੀਤੋ ਜੀ ਆਏ। ਝੋਲੀ ਦੇ ਵਿੱਚ ਪਤਾਸੇ ਸੀ। ਸੋ ਫੁਲਾਦੀ ਬਰਤਨ ਦੇ ਵਿੱਚ ਪਾਣੀ ਰੱਖਿਆ ਹੋਇਆ ਸੀ, ਪਤਾਸੇ ਘੋਲੇ ਗਏ। ਚਲੋ ਆਪਾਂ ਨੂੰ ਸਾਰਾ ਪਤਾ ਕਿ 5 ਬਾਣੀਆਂ ਦਾ ਜਾਪ ਹੋਇਆ। ਉਸ ਤੋਂ ਬਾਅਦ ਉਹ 5 ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਫਿਰ ਗੁਰੂ ਜੀ ਨੇ ਕਿਹਾ ਕਿ ਹੁਣ ਇਹ 5 ਸਿੰਘ ਦੇ ਹੱਥੋਂ ਮੈਂ ਅੰਮ੍ਰਿਤ ਛਕਾਂ। ਸੋ ਉੱਥੇ ਉਹ 5 ਜਿਹੜੇ ਸਿੰਘ ਨੇ ਉਹ ਗੁਰੂ ਦੀ ਥਾਂ ਖੜੇ ਨੇ ਤੇ ਗੁਰੂ ਉਹਨਾਂ ਸਿੱਖਾਂ ਦੀ ਥਾਂ ਖੜਾ।
ਫਿਰ ਗੁਰੂ ਸਾਹਿਬ ਨੇ ਅੰਮ੍ਰਿਤ ਛਕਿਆ ਉਹਨਾਂ ਤੋਂ। ਉਸ ਤੋਂ ਬਾਅਦ ਸਾਰੀ ਸੰਗਤ ਨੂੰ ਅੰਮ੍ਰਿਤ ਛਕਾਇਆ ਗਿਆ। ਜੋ ਇਤਿਹਾਸ ਦੇ ਵਿੱਚ ਦਰਜ ਹੈ ਉਹਦੇ ਮੁਤਾਬਕ ਇੱਕ ਅੰਦਾਜ਼ਾ ਹੈ ਕਿ 20,000 ਦੇ ਲਗਭਗ ਸ਼ਾਮ ਤੱਕ ਉਸ ਦਿਨ ਸੰਗਤਾਂ ਸਿੱਖਾਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਚਾਰੇ ਸਾਹਿਬਜ਼ਾਦੇ ਉੱਥੇ ਹਾਜ਼ਰ ਸੀ। ਸੋ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ। ਇਹ ਜ਼ਾਹਰ ਜੇ ਹੋਏ ਤੱਥ। ਹੁਣ ਜਿਹੜੀ ਦੂਜੀ ਗੱਲ ਹੈ ਕਿ ਜਦੋਂ ਗੁਰੂ ਸਾਹਿਬ ਨੇ ਮਤਲਬ ਇਹ ਤਾਂ ਹੁਣ ਆਪਾਂ ਦੇਖ ਲਿਆ ਨਾ, ਇੱਕ ਜੋ ਸਥੂਲ ਦ੍ਰਿਸ਼ ਹੈ ਜਿਹਨੂੰ ਹਰ ਸਥੂਲ ਅੱਖ ਜੋ ਉੱਥੇ ਹਾਜ਼ਰ ਸੀ ਉਹਨੇ ਦੇਖਿਆ, ਕੋਈ ਓਹਲਾ ਨਹੀਂ ਇਹਦੇ 'ਚ, ਇੰਨੀ ਗੱਲ 'ਚ ਇਹ ਕੁਛ ਵਾਪਰਦਾ ਤਾਂ। ਸੋ ਇਹ ਇੱਕ ਸਥੂਲ ਦ੍ਰਿਸ਼ ਹੈ ਉਸ ਦਿਨ ਦੀ ਘਟਨਾ ਦਾ। ਪਰ ਇੱਕ ਇਹਦਾ ਸੂਖਮ ਪੱਖ ਵੀ ਹੈ, ਕਿਉਂਕਿ ਇਹ ਘਟਨਾ ਜੋ ਵਾਪਰੀ ਇਹ ਕੋਈ ਸਧਾਰਨ ਘਟਨਾ ਨਹੀਂ ਸੀ। ਜਦੋਂ ਦੀ ਸ੍ਰਿਸ਼ਟੀ ਰਚੀ ਗਈ ਹੈ ਉਸ ਤੋਂ ਲੈ ਕੇ ਕਦੇ ਵੀ ਇਹੋ ਜਿਹੀ ਘਟਨਾ ਵਾਪਰੀ ਨਹੀਂ ਸੀ। ਤੇ ਜਿੰਨਾ ਚਿਰ ਸ੍ਰਿਸ਼ਟੀ ਰਹਿਣੀ ਹੈ ਉਹ ਮੁੜ ਕੇ ਵੀ ਨਹੀਂ ਵਾਪਰਨੀ। ਮਤਲਬ ਆਮ ਘਟਨਾ ਨਹੀਂ ਸੀ। ਮੇਰਾ ਕਹਿਣ ਤੋਂ ਭਾਵ ਇਹ ਹੈ ਬਹੁਤ ਹੀ ਖਾਸ ਘਟਨਾ, ਅਸਧਾਰਨ ਘਟਨਾ ਜਿਹੜੀ ਪਹਿਲਾਂ ਨਾ ਹੋਈ ਤੇ ਨਾ ਮੁੜ ਕੇ ਹੋਣੀ ਹੈ। ਇਸ ਕਰਕੇ ਜਦੋਂ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਜਿਹੜੀ ਤੁਹਾਡੀ ਕਲਪਨਾ 'ਚ ਬਣੀ, ਤੁਸੀਂ ਸੁਣੀ ਬਣੀ, ਉਹਦਾ ਮਨ 'ਤੇ ਅਸਰ ਕੀ ਹੋਇਆ ਹੋ ਭਲਾ ਸੰਗਤ ਦੇ। ਬਸ ਆਹ ਨੁਕਤਾ ਹੈ ਜਿਹਨੂੰ ਬਹੁਤ ਡੂੰਘੇ ਜਾ ਕੇ ਸਮਝਣ ਦੀ ਲੋੜ ਹੈ, ਕਿਉਂਕਿ ਮਨੁੱਖੀ ਮਨ ਦਾ ਇੱਕ ਸੁਭਾਅ, ਇੱਕ ਲੱਛਣ ਹੈ ਕਿ ਇਹ ਜਿਗਿਆਸੂ ਹੈ। ਇਹ ਹਰ ਚੀਜ਼ ਦੀ ਘੋਖ ਕਰਦਾ ਹੈ। ਇਹਦੇ 'ਚ ਗੁਣ ਹੈ ਜਾਂ ਔਗਣ ਹੈ ਇਹ ਆਪਾਂ ਬਾਅਦ 'ਚ ਗੱਲ ਕਰਾਂਗੇ, ਪਰ ਇਹ ਘੋਖ ਜ਼ਰੂਰ ਕਰਦਾ। ਅਤੇ ਜੇ ਘੋਖ ਨਾ ਕਰਦਾ ਹੁੰਦਾ ਤਾਂ ਅੱਜ ਤੱਕ ਅਸੀਂ ਉਸੇ ਪੱਧਰ 'ਤੇ ਰਹਿਣਾ ਸੀ ਜਿੱਥੋਂ ਜੰਗਲਾਂ ਦੇ ਵਿੱਚ ਜਿਵੇਂ ਰਹਿੰਦੇ ਸੀਗੇ ਜਾਨਵਰਾਂ ਦੀ ਲੈਵਲ 'ਤੇ। ਸੋ ਜੇ ਸਮਝ ਵਿਕਸਿਤ ਹੋਈ ਹੈ, ਗਿਆਨ ਰਚਿਆ ਗਿਆ, ਸੱਭਿਆਚਾਰ ਪੈਦਾ ਹੋਏ, ਸੱਭਿਅਤਾਵਾਂ ਪੈਦਾ ਹੋਈਆਂ ਅਤੇ ਮਨੁੱਖ ਜਾਤੀ ਨੇ ਇੱਥੋਂ ਤੱਕ ਸਫ਼ਰ ਕੀਤਾ, ਇੱਕ ਯਾਤਰਾ ਕੀਤੀ ਹੈ ਇਤਿਹਾਸ ਦੇ ਵਿੱਚ, ਤਾਂ ਉਹਦਾ ਕਾਰਨ ਇਹ ਹੈ ਕਿ ਮਨੁੱਖੀ ਮਨ ਦੀ ਇੱਕ ਖਾਸੀਅਤ ਹੈ ਜਿਹੜੀ ਕਿਸੇ ਜਾਨਵਰ ਜਾਂ ਪੰਛੀ ਨੂੰ ਅਕਾਲ ਪੁਰਖ ਨੇ ਨਹੀਂ ਦਿੱਤੀ। ਉਹ ਤਾਂ ਜੋ ਹੋ ਰਿਹਾ ਹੁੰਦਾ ਬਸ ਉਹਨੂੰ ਦੇਖ ਦੇਖ ਕੇ ਉਹਨੇ ਕੀ ਉਹ ਗਿੱਝ ਚੁੱਕੇ ਹੁੰਦੇ ਆ ਬਸ। ਆਪਾਂ ਸਾਰੇ ਪੇਂਡੂ ਬੰਦੇ ਹਾਂ, ਆਪਾਂ ਦੇਖਿਆ ਕਿ ਜਦੋਂ ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਆਪਾਂ ਟੋਕਰੇ ਨੂੰ ਹੱਥ ਪਾਉਣੇ ਆ ਜਾਂ ਪੱਲੀ ਚੁੱਕਦੇ ਹਾਂ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਨੂੰ ਪੱਠੇ ਮਿਲਣੇ, ਕਿਉਂਕਿ ਰੋਜ਼ ਦੇਖ ਕੇ ਬਸ ਇੰਨਾ ਕੁ ਸਿੱਖਿਆ ਹੁੰਦਾ। ਦੁੱਧ ਚੋਣ ਵਾਲੀ ਬਾਲਟੀ ਨੂੰ ਹੱਥ ਪੈਂਦਾ ਤਾਂ ਉਹਨੂੰ ਪਤਾ ਹੈ ਕਿ ਹੁਣ ਉਹ ਸਮਾਂ ਆ ਗਿਆ। ਉਹ ਕਿਉਂਕਿ ਜੋ ਰੋਜ਼ ਵਾਪਰਦਾ, ਬਸ ਮੇਰਾ ਕਹਿਣ ਤੋਂ ਭਾਵ ਹੈ ਕਿ ਉਹ ਇੱਥੋਂ ਤੱਕ ਹੀ ਰਹੇ, ਪਰ ਮਨੁੱਖ ਤੋਂ ਗਾਹਾਂ ਜਾਂਦਾ, ਉਹ ਚੀਜ਼ਾਂ ਨੂੰ ਡੂੰਘੀਆਂ ਜਾ ਕੇ ਉਹਨਾਂ ਬਾਰੇ ਸੋਚਦਾ ਅਤੇ ਕੁਛ ਨਿਯਮ ਫੜਦਾ, ਉਹੀ ਗਿਆਨ ਹੁੰਦਾ ਬਸ। ਭਾਵੇਂ ਉਹ ਕੁਦਰਤ ਦੇ ਵਰਤਾਰੇ ਹੈ, ਭਾਵੇਂ ਉਹ ਮਨੁੱਖੀ ਸੁਭਾਅ ਦੇ ਵਰਤਾਰੇ ਹੈ, ਭਾਵੇਂ ਮਨੁੱਖੀ ਸਮੂਹਾਂ ਦੇ ਵਰਤਾਰੇ, ਕੌਮਾਂ ਦੇ ਲੱਛਣ ਹੈ, ਕੌਮਾਂ ਦੇ ਸੁਭਾਅ ਹੈ, ਉਹ ਸਾਰੇ ਕੁਛ ਨੂੰ ਇੰਨੇ ਚਿਰ ਦੇ ਵਿੱਚ ਮਨੁੱਖ ਨੇ ਘੋਖ ਕੇ ਕੁਛ ਨਿਰਣਿਆਂ 'ਤੇ ਪਹੁੰਚਿਆ, ਕੁਛ ਸਿੱਟਿਆਂ 'ਤੇ ਪਹੁੰਚਿਆ। ਸੋ ਇਹ ਕਿਵੇਂ ਹੋ ਸਕਦਾ ਕਿ ਐਡੀ ਵੱਡੀ ਘਟਨਾ ਹੋਈ ਹੋਵੇ ਅਤੇ ਇਹਦੇ ਬਾਰੇ ਉਸ ਬੰਦੇ ਸੋਚ ਹੀ ਨਾ ਰਹੇ ਹੋਣ ਕੀ ਹੋ ਰਿਹਾ। ਮਨ 'ਚ ਫੁਰਨੇ ਤਾਂ ਆਏ ਹੋਣਗੇ ਜੋ ਸੰਗਤ ਉੱਥੇ ਬੈਠੀ ਸੀ, ਬੋਲੇ ਨਾ ਹੋਣ, ਗੁਰੂ ਤੋਂ ਕੁਛ ਵੀ ਨਾ ਪੁੱਛਿਆ ਹੋਵੇ ਭਾਵੇਂ, ਪਰ ਮਨ 'ਚ ਕੁਛ ਨਾ ਕੁਛ ਤਾਂ ਸਵਾਲ ਖੜਾ ਹੋਇਆ ਹੋਵੇ। ਕੀ ਮਤਲਬ ਜੋ ਕੁਛ ਦੇਖ ਲਿਆ, ਅੱਖਾਂ ਦੇ ਸਾਹਮਣੇ ਦੇਖਿਆ ਨਾ ਵਾਪਰਦਾ,
ਚੱਲ ਪਹਿਲਾਂ ਤਾਂ ਆਪਾਂ ਕਹਿ ਸਕਦੇ ਹਾਂ ਉਹਨੂੰ ਪਤਾ ਨਹੀਂ ਸੀ ਕਿ ਕੀ ਹੋਣਾ। ਜਦੋਂ ਪਹਿਲਾ ਸੀਸ ਮੰਗਿਆ ਉਸ ਤੋਂ ਬਾਅਦ ਲਹੂ ਭਿੱਜੀ ਤਲਵਾਰ ਬਾਹਰ ਨਿਕਲੀ ਹੈ ਤੇ ਅਗਲਾ ਸੀਸ ਮੰਗ ਰਹੇ। ਇਹ ਤਾਂ ਨਹੀਂ ਹੋ ਸਕਦਾ ਬੰਦਿਆਂ ਦੇ ਮਨ 'ਚ ਕੋਈ ਗੱਲ ਹੀ ਨਾ ਆਈ ਹੋਵੇ ਕਿ ਇਹ ਗੱਲ ਕੀ ਵਾਪਰ ਰਹੀ ਹੈ। ਸੋ ਜ਼ਰੂਰ ਆਈ ਹੋ। ਹੁਣ ਉਹ ਜੋ ਗੱਲ ਆਈ ਹੋ ਉਸ ਮੌਕੇ ਦੀ ਸੰਗਤ ਦੀ ਮਨੋ ਅਵਸਥਾ, ਉਹਨੂੰ ਆਪਾਂ ਕਿਵੇਂ ਬੁੱਝ ਸਕਦੇ ਹਾਂ ਭਲਾ? ਇਹਦਾ ਇੱਕ ਜਵਾਬ ਤਾਂ ਇਹ ਹੈ ਕਿ ਕਦੇ ਵੀ ਨਹੀਂ ਬੁੱਝ ਸਕਦਾ। ਸਾਡੇ ਅਨੁਮਾਨ ਹੀ ਹੋਣਗੇ, ਅੰਦਾਜ਼ੇ ਹੋਣਗੇ। ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਅੰਦਾਜ਼ੇ ਤੇ ਅਨੁਮਾਨ ਲਾਉਣ ਤੋਂ ਨਹੀਂ ਹਟਦਾ। ਆਪਾਂ ਆਮ ਜ਼ਿੰਦਗੀ 'ਚ ਵੀ ਦੇਖਦੇ ਹਾਂ, ਤੁਹਾਡੇ ਨਾਲ ਕੋਈ ਬੁਰਾ ਸਲੂਕ ਕਰਦਾ ਉੱਤੇ ਵੀ ਤੁਸੀਂ ਅੰਦਾਜ਼ੇ ਲਾਉਨੇ ਹੋ। ਇਹਦੀ ਚਾਲ ਆਹ ਹੋ, ਇਹ ਫਲਾਨੇ ਦਾ ਚੱਕਿਆ। ਇਹ ਸਾਰੇ ਅਨੁਮਾਨ ਹੀ ਆ ਨਾ, ਮਨ 'ਚੋਂ ਪੈਦਾ ਹੋਏ। ਸਾਰੀ ਜ਼ਿੰਦਗੀ ਤੁਸੀਂ ਬੰਦਾ ਲਾਉਂਦਾ, ਭਾਵੇਂ ਇਹ 'ਚ ਕੋਈ ਬਹੁਤੀ ਪੜ੍ਹਾਈ ਦੀ ਲੋੜ ਨਹੀਂ। ਇਹ ਮਨੁੱਖੀ ਮਨ ਦਾ ਝੁਕਾਅ ਹੈ, ਸੁਭਾਅ ਹੈ ਉਹਦਾ। ਸੋ ਇਹ ਕਿਵੇਂ ਹੋ ਸਕਦਾ ਵੀ ਉੱਥੇ ਬੈਠੇ ਜਿਹੜੇ ਕੁਛ ਬਹੁਤ ਜ਼ਹੀਨ ਆਦਮੀ ਵੀ ਹੋਣਗੇ ਤੇ ਉਹਨਾਂ ਨੇ ਇਸ ਗੱਲ ਬਾਰੇ ਕੋਈ ਸੋਚਿਆ ਨਾ ਹੋਵੇ ਵੀ ਇਹ ਕੀ ਵਾਪਰ ਰਿਹਾ? ਅਨੁਮਾਨ ਉੱਥੇ ਵੀ ਲੱਗੇ ਹੋਏ। ਹੁਣ ਇਹ ਹੈ ਕਿ ਉਹਨਾਂ ਅਨੁਮਾਨਾਂ ਤੱਕ ਆਪਾਂ ਕਿਵੇਂ ਪਹੁੰਚ ਸਕਦੇ ਹਾਂ? ਕੀ ਪਹੁੰਚ ਵੀ ਸਕਦੇ ਆ? ਸੋ ਇਸ ਮਾਮਲੇ ਦੇ ਵਿੱਚ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਜਗਿਆਸੂ ਮਨ ਦਾ ਸੁਭਾਅ ਜਗਿਆਸੂ ਹੈ। ਜਗਿਆਸੂ ਹੋਣ ਕਰਕੇ ਗਿਆਨ ਦੀ ਰਚਨਾ ਹੋਈ ਹੈ। ਪਰ ਗਿਆਨ ਦੀਆਂ ਹੁਣ ਆਪਾਂ ਦੇਖ ਲਿਆ ਮੋਟੇ ਤੌਰ 'ਤੇ ਦੋ ਕਿਸਮਾਂ। ਇੱਕ ਜਿਹਨੂੰ ਅਸੀਂ ਪੁਰਾਤਨ ਗਿਆਨ ਕਹਿੰਦੇ ਆ, ਇੱਕ ਜਿਹਨੂੰ ਆਧੁਨਿਕ ਗਿਆਨ ਕਹਿੰਦੇ ਆ, ਮਾਡਰਨ, ਅੱਜ ਦੇ ਯੁੱਗ ਦਾ। ਦੋਹਾਂ 'ਚ ਬਹੁਤ ਫਰਕ। ਸੋ ਉੱਥੇ ਜੋ ਕੁਛ ਦੇਖਿਆ, ਜੋ ਸਥੂਲ ਅੱਖ ਨੇ ਦੇਖਿਆ, ਉਹ ਬੁੱਝਿਆ ਜਾ ਸਕਦਾ ਸੀ। ਜਿੱਥੋਂ ਤੱਕ ਸਥੂਲ ਅੱਖ ਨਹੀਂ ਪਹੁੰਚਦੀ, ਇੱਕ ਸੂਖਮ ਅੰਤਰਦ੍ਰਿਸ਼ਟੀ ਚਾਹੀਦੀ ਹੈ। ਉਹ ਹੋ ਸਕਦਾ ਬਹੁਤ ਘੱਟ ਲੋਕਾਂ ਨੇ ਬੁੱਝਿਆ ਹੋਊਗਾ। ਇਸ ਤੋਂ ਵੀ ਅੱਗੇ ਕੁਝ ਗੱਲਾਂ ਜਿਹੜੀਆਂ ਬੁੱਝੀਆਂ ਜਾ ਹੀ ਨਹੀਂ ਸਕਦੀਆਂ। ਗੁਰੂ ਦੀ ਰਮਜ਼ਾਂ ਨੂੰ ਕਿ ਕਿਉਂ ਕਰ ਰਿਹਾ ਗੁਰੂ? ਗੁਰੂ ਦੇ ਮਨ ਨੂੰ ਪੜ੍ਹਨਾ, ਸਮਝਣਾ, ਇਹ ਮਨੁੱਖ ਦੇ ਵੱਸ ਦਾ ਨਹੀਂ। ਕਿੱਡੀ ਵੀ ਅਕਲ ਕਿਉਂ ਨਾ ਹੋ। ਸੋ ਕੁਛ ਗੱਲਾਂ ਤਾਂ ਅਜਿਹੀਆਂ ਜਿਹੜੀਆਂ ਅਸੀਂ ਕਦੇ ਨਹੀਂ ਸਮਝ ਸਕਦੇ, ਪਰ ਚਲੋ ਕੁਛ ਅਨੁਮਾਨ ਲੱਗ ਸਕਦੇ ਨੇ ਜਿਹੜੇ ਹਕੀਕਤ ਦੇ ਨੇੜੇ ਤੇੜੇ ਕੁਛ ਪਹੁੰਚ ਸਕਦੇ ਨੇ ਕਿ ਨਹੀਂ ਪਹੁੰਚ ਸਕਦੇ। ਸੋ ਜਿੱਥੇ ਮੈਂ ਗਿਆਨ ਦੇ ਦੋ ਵਰਗ ਕਿਹਾ ਸੀ, ਦੋ ਕਿਸਮਾਂ, ਉਹਦੇ 'ਚੋਂ ਇਹ ਸੀ ਕਿ ਜਿਹੜਾ ਪੁਰਾਤਨ ਗਿਆਨ ਸੀ ਉਹਨਾਂ ਨੂੰ ਇੰਨੀ ਕੁ ਸੋਝੀ ਸੀ ਵੀ ਕੁਛ ਗੱਲਾਂ ਬੁੱਝੀਆਂ ਜਾ ਸਕਦੀਆਂ, ਪਰ ਕੁਛ ਅਬੁੱਝ ਵੀ ਹੁੰਦੀਆਂ। ਅਤੇ ਉਹ ਅਬੁੱਝ ਦੇ ਖੇਤਰ 'ਚ ਆਪਦੀ ਬੁੱਧੀ ਨੂੰ ਦੌੜਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਜੋ ਬੁੱਝੀਆਂ ਜਾ ਸਕਦੀਆਂ ਉੱਥੇ ਜ਼ੋਰ ਲਾ ਦਿੰਦੇ ਸੀ। ਇਹ ਇੱਕ ਉਹਨਾਂ ਨੇ ਤਹਿਜੀਬ ਹਾਸਲ ਕਰ ਲਈ ਸੀ ਜ਼ਿੰਦਗੀ ਦੇ ਠੋਸ ਅਨੁਭਵ 'ਚੋਂ, ਅਤੇ ਉਹ ਇਹਦੇ ਦਾਇਰੇ 'ਚ, ਇਹਦੀ ਮਰਿਆਦਾ 'ਚ ਰਹਿ ਕੇ ਲੋਕ ਚੱਲਦੇ ਸੀ ਉਦੋਂ। ਪਰ ਜਿਹੜਾ ਅੱਜ ਦਾ ਜ਼ਮਾਨਾ ਆ ਗਿਆ, ਜਿਹਨੂੰ ਅਸੀਂ ਵਿਗਿਆਨ ਦਾ ਯੁੱਗ ਕਹਿ ਦਿੰਦੇ ਹਾਂ, ਜਿਹਨੂੰ ਤਰਕ ਦਾ ਯੁੱਗ ਕਹਿ ਦਿੰਦੇ ਹਾਂ, ਕਿ ਇੱਥੇ ਕੋਈ ਵੀ ਗੱਲ ਵਿਸ਼ਵਾਸ ਦੇ ਸਿਰ 'ਤੇ ਨਹੀਂ ਮੰਨੀ ਜਾ ਸਕਦੀ। ਉਹਦੀ ਕੋਈ ਦਲੀਲ ਚਾਹੀਦੀ, ਉਹਦਾ ਕੋਈ ਆਧਾਰ ਚਾਹੀਦਾ। ਤਰਕ ਦੀ ਕਸਵੱਟੀ 'ਤੇ ਪੂਰੀ ਉਤਰਨੀ ਚਾਹੀਦੀ, ਤਾਂ ਹੀ ਗੱਲ ਉਹ ਠੀਕ ਹੋ ਸਕਦੀ ਹੈ। ਐਵੇਂ ਵਿਸ਼ਵਾਸ ਦੇ ਆਸਰੇ ਠੀਕ ਨਹੀਂ ਮੰਨੀ ਜਾ ਸਕਦੀ। ਜਿਹਦਾ ਮਤਲਬ ਅੱਜ ਦੇ ਗਿਆਨ ਦੇ ਵਿੱਚ ਕੁਛ ਵੀ ਅਬੁੱਝ ਨਹੀਂ। ਜਿਹੜਾ ਉਹ ਤੋਂ ਬੁੱਝਿਆ ਨਹੀਂ ਜਾਂਦਾ, ਉਹਨਾਂ ਨੂੰ ਲੱਗਦਾ ਕਿ ਇਹ ਤਾਂ ਐਵੇਂ ਵਿਸ਼ਵਾਸ ਦੀਆਂ ਗੱਲਾਂ, ਕਿਉਂਕਿ ਉਹ
इस गल 'ਚ यकीन ही नहीं रखते कि कोई ਇਹੋ ਜਿਹੇ ਵਰਤਾਰੇ ਭਾਵੇਂ ਕੁਦਰਤ ਦੇ ਹੈ ਭਾਵੇਂ ਹੋਰ भी ਜਿਹੜੇ ਬੁੱਝੇ ਨਾ ਜਾ ਸਕਦੇ ਹੋ। कुछ भी अगमनी, कुछ भी अगोचर नहीं। हो सकता 1000 साल लग जे बंदे नूं, पर किते ना किते जाके भेत पा लू। अगे भी पाई है। चंद का किनू पता सी, सूरज का किनू पता सी, ग्रहां का किनू पता सी भी जे उत्थों तक जा पहुंचा तो इदू गहां भी पहुंचू। ये यकीन है इन्हां दा। जिहड़ा आधुनिक ज्ञान उहदी बुनियाद इत्थे खड़ी है। ਉਹਦੇ वास्ते कुछ भी अबुझ नहीं। नोएबल जिन्हों अंग्रेजी च कहते हैं भी हर चीज़ जानी जा सकती है, समा लग सकता। सो इस करके वो तो वर्का पाड़ की तुरते। सो वो फिर उस घटना की एक व्याख्या सिरजते हैं। ये उन्हों की लोड़ है। वो व्याख्या आपदी कल्पना के जोर ना, आपदी अकल के जोर ना करती। कल्पना की है, आपदी अकल ही है ना थोड़ी भी ऐ लगता मैनूं, आपां अंदाजे लाउने आ। सो वो उत्थे उत्थे मनुखी अकल है, किसी बख्शिश ते टेक नहीं, आपदी बुद्धि ते टेक। वो अंदाजे लगे आ उस घटना बारे कि की होया। फिर वो ये भी नहीं कहते की होया होवेगा, क्योंकि यह जिहड़ा मॉडर्न आधुनिक ज्ञान है उहदे च यह गल जिहड़ी है ना आपदे आप ते एडा विश्वास ते यकीन है। वो गल जिहड़ी भी करदे न दावे नाल ही करदे। सो इहदे विचों फिर इतिहास दे वो सारियां वर्णन आ गए, कुछ पुरातन लिखतां च आ गए तो कुछ अज दियां जिहड़ियां आधुनिक लिखतां उहदे विच आ। हुण पुरातन लिखतां दा ते अज दियां लिखतां च फिर भी एक फर्क है। पुरातन लिखतां च सारियां ने ये गल मन्नी है कि उस दिन कोई कौतकी वरत्या सी। किसी नूं अंदेशा, किसी नूं पहलां अंदाजा नहीं सी। जो हो गया उत्थों तक भी किसी की दृष्टि या अकल नहीं जा सकती, अंदाजे लग सकते। सो उन्होंने आपदे अंदाज़ियां की सीमा बारे भी एहसास हैगा। अंदाजे आपां भी लाउने, अंदाजे थोड़ी लोड़ बन जाती है, पर थोनू उहदी सीमा का पता है कि नहीं। सिख वास्ते एक अंदाजा लाना वर्जित है कि गुरु के मन को तुसीं बुझण दा कोशिश करो कि गुरु ने आ सोच के किया हो, यदी मनाही, क्योंकि तुसीं गुरु का नुकसान करो। उहदी जो सोहज है, उहदी जो अजमत है, उन्होंने ढाह लगू। बड़ी कच्ची व्याख्या हो, थोड़ी बुद्धि उत्थों तक नहीं जा सकती। सो उत्थे आपदी असमर्था ही जाहिर कर दो बस। पुरातन सिंघां दे मूहों ही निकलती सी, अज भी जिन्हां दा विश्वास उन्हां दे मूहों निकलदा है कि गुरु दियां गुरु ही जाने, बस गल निबड़ जाती है। इत्थों तक असीं सोच सकते हैं। इदों हुण जिवें यह है भी सीस क्यों मंगे, की लोड़ पै गई सी। जिहड़ा अज दा ज्ञान है ना, वो तो तुरदा ही इत्थों भी हर चीज़ का कोई कारण है। वो किसी लोड़ चों पैदा हुंदी है चीज़, एवें नहीं कोई फुरना फुरता। वो कारण का फिर गां सिट्टा निकलदा, वो तो कारनां च जांदा। इसे करके इस घटना का भी उन्होंने वो एक व्याख्या सिरज ली। सो इत्थे आके जिहड़ी विश्वास की ते तर्क दे विच एक पाड़ा पै जाता। सो इस तर्क ने साडा की नुकसान किया, की कर रहा है, तो अगे होर की करना है, उहदा अंदाजा लाना औखा नहीं। कि जिहड़ा गुरु का सोहज साडे मनां च बनिया होया ना, एक दैवी, उहदी जो इलाही जीनत है वो नहीं रहिंदी। उन्होंने मनुखी धरातल ते लैके आउंदे भी वो भी मनुखी सी, पर उन्हां च गुण बहुत वड्डे सी।
ਜਦੋਂ ਕਿ ਸਿੱਖ ਦਾ ਇਹ ਯਕੀਨ ਹੈ ਕਿ ਗੁਰੂ ਮਨੁੱਖ ਨਹੀਂ ਸੀ, ਉਹ ਆਪ ਪਰਮੇਸ਼ਰ ਪ੍ਰਗਟ ਹੋਇਆ ਸੀ, ਹੋਇਆ ਮਨੁੱਖੀ ਜਾਮੇ ਸੀ। ਇੱਥੋਂ ਕੁ ਤੱਕ ਹੀ ਮਨੁੱਖ ਸੀ ਬਸ, ਕਿ ਜਾਮਾ ਮਨੁੱਖੀ ਸੀ। ਬਾਕੀ ਉਹਨਾਂ ਨੇ ਜੋ ਕੌਤਕ ਵਰਤਾਏ ਉਹ ਕਿਸੇ ਵੀ ਮਨੁੱਖ ਦੇ ਵੱਸ ਦੀ ਗੱਲ ਨਹੀਂ। ਹੁਣ ਇਸ ਮਾਮਲੇ ਦੇ ਵਿੱਚ ਪੁਰਾਤਨ ਸਾਹਿਤ ਦੇ ਵਿੱਚ ਵੀ ਇਹੀ ਜਿਹੀ ਕੁਤਾਹੀ ਹੋਈ। ਉਸ ਘਟਨਾ ਨੂੰ ਝੂਠੀ ਰੰਗਤ ਦੇ ਕੇ ਜਾਂ ਝੂਠੀ ਵਿਆਖਿਆ ਸਿਰਜ ਕੇ ਕੁਝ ਤੁਹਾਡੇ ਬੰਦਿਆਂ ਦੀ ਸੋਚ ਨੂੰ ਗੰਧਲਾ ਕੀਤਾ ਉਹਨੇ। ਅੱਜ ਦੇ ਜਿਹੜੇ ਆਧੁਨਿਕ ਗਿਆਨਵਾਦੀ ਹੈ ਉਹਨਾਂ ਨੇ ਜ਼ਿਆਦਾ, ਪਰ ਇੱਕ ਵਰਗ ਵਿਦਵਾਨਾਂ ਦੇ ਵਿੱਚ ਫਿਰ ਵੀ ਹੈਗਾ ਜਿਹਨੂੰ ਆਪਦੀ ਸੀਮਾ ਦਾ ਵੀ ਪਤਾ ਹੈ, ਪਰ ਫਿਰ ਵੀ ਇੱਕ ਆਪਦੀ ਕਲਪਨਾ ਦੇ ਆਸਰੇ ਮਨ 'ਚ ਗੁਰੂ ਦਾ ਉਹੀ ਵੱਡਾ ਅਕਸ ਤੇ ਬਿੰਬ ਰੱਖ ਕੇ ਕਿ ਜੇ ਗੁਰੂ ਬਾਰੇ ਵੀ ਅੰਦਾਜ਼ਾ ਲਾਉਣਾ ਤਾਂ ਤੁਸੀਂ ਪਹਿਲਾਂ ਗੁਰੂ ਦੀ ਅਜ਼ਮਤ ਨੂੰ ਸਮਝੋ। ਸੋ ਅੰਦਾਜ਼ੇ ਉਹਨਾਂ ਨੇ ਵੀ ਲਾਏ। ਹੁਣ ਉਹਦੀਆਂ ਮੈਂ ਤੁਹਾਨੂੰ ਦੋ ਉਦਾਹਰਨਾਂ ਦਿੰਦਾ। ਇੱਕ ਤਾਂ ਇਹ ਕਿ ਕੁਝ ਵਿਦਵਾਨਾਂ ਨੇ ਜਿਹੜੇ ਤਰਕਵਾਦੀ ਹੈ ਉਹਨਾਂ ਨੇ ਇਹ ਅੰਦਾਜ਼ੇ ਲਾਏ ਨੇ ਵੀ ਇਹ ਕਿਵੇਂ ਹੋ ਗਿਆ ਵੀ ਜਦੋਂ ਇੱਕ ਸੀਸ ਮੰਗਿਆ ਇੱਕੋ ਹੀ ਖੜਾ ਹੋਇਆ ਹੋਵੇ ਐਟ ਏ ਟਾਈਮ 15 20 25 50 100 ਕਿਉਂ ਨਾ ਖੜਾ ਹੋ ਗਿਆ। ਇਹ ਅੰਦਾਜ਼ਾ ਇਹਦੀ ਉਹਨੇ ਫਿਰ ਵਿਆਖਿਆ ਕਿਉਂਕਿ ਇਹਦਾ ਕੋਈ ਜਵਾਬ ਤਾਂ ਚਾਹੀਦਾ ਉਹਨਾਂ ਕੋਲ, ਨਹੀਂ ਉਹਨਾਂ ਦਾ ਘਰ ਨਹੀਂ ਪੂਰਾ ਹੁੰਦਾ। ਬਸ ਤੁਸੀਂ ਸੱਚ ਜਾਣਿਓ, ਤੁਹਾਨੂੰ ਪਤਾ ਹੋਵੇ ਨਾ ਹੋਵੇ। ਇਹ ਮੇਰੇ ਨਾਲ ਕਈ ਬੰਦਿਆਂ ਨੇ ਇਹ ਬਹਿਸਾਂ ਕੀਤੀਆਂ ਵੀ ਇਹ ਸਭ ਕੁਝ ਪਹਿਲਾਂ ਮਿੱਥ ਕੀ ਹੋਇਆ, ਕੋਈ ਨਾ ਕੋਈ ਸੈੱਲ ਇਹੋ ਜਿਹਾ ਹੋਊ। ਕਿਉਂਕਿ ਅੱਜ ਤਾਂ ਹਵਾਈ ਦੇਖਦੇ ਨੇ ਨਾ ਆ ਥਿੰਕ ਟੈਂਕ ਤੇ ਫਲਾਨਾ, ਵੀ ਗੱਲਾਂ ਪਹਿਲਾਂ ਕਿਤੇ ਤੈਅ ਹੁੰਦੀਆਂ ਫਿਰ ਉਹ ਲੋਕਾਂ 'ਚ ਆਉਂਦੀਆਂ ਵੀ ਕੋਈ ਨਾ ਕੋਈ ਇਹੋ ਜਿਹਾ ਹੋਣਾ। ਕੋਈ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਦਾ ਨਾਂ ਦੇ ਦਿੰਦਾ, ਕੋਈ ਹੋਰ ਦਾ ਲੈ ਲੈਂਦਾ ਵੀ ਇਹ ਪਹਿਲਾਂ ਮਿਥਿਆ ਹੋਣਾ, ਵੀ ਆਪਾਂ ਇਸ ਤਰ੍ਹਾਂ ਕਰਾਂਗੇ, ਪਹਿਲਾਂ ਇਹਨੇ ਖੜਾ ਹੋਣਾ ਫਿਰ ਉਹਨੇ ਹੋਣਾ ਫਿਰ ਉਹਨੇ ਹੋਣਾ, ਜਿਹਦਾ ਮਤਲਬ ਇਹ ਕਹਿਣਾ ਕਿ ਗੁਰੂ ਨੇ ਇੱਕ ਨਾਟਕ ਰਚਿਆ। ਹੁਣ ਤੁਸੀਂ ਸੋਚੋ ਵੀ ਜੇ ਗੁਰੂ ਵੀ ਨਾਟਕ ਕਰਦਾ, ਅਸੀਂ ਇਹ ਤੱਥ ਪ੍ਰਵਾਨ ਕਰ ਲਈਏ ਜਾਂ ਇਹ ਗੱਲਾਂ ਲੋਕਾਂ ਦੇ ਮਨਾਂ 'ਚ ਘਰ ਘਰ ਜਾਣ ਤੇ ਗੁਰੂ ਦੀ ਵਿੜੱਤਣ ਕੀ ਰਹੇਗੀ। ਮੈਂ ਤਾਂ ਕਹਿਣਾ ਵੀ ਅੱਜ ਮੈਨੂੰ ਕਿਉਂ ਲੋੜ ਲੱਗੀ ਸੀ, ਗੱਲਾਂ ਦਾ ਤਾਂ ਸਾਰਿਆਂ ਨੂੰ ਪਤਾ, ਕੋਈ ਤਰੀਖ ਦਾ ਰੌਲਾ ਨਹੀਂ, ਕੋਈ ਸੰਨ ਦਾ ਰੌਲਾ ਨਹੀਂ, ਉੱਥੇ ਜੋ ਵਾਪਰਿਆ ਉਹਦੇ ਬਾਰੇ ਵੀ ਪਤਾ ਵੀ ਗੱਲ ਕਰਨ ਦੀ ਕੀ ਲੋੜ ਹੈ। ਇਹ ਲੋੜ ਹੈ, ਇੱਕ ਵਾਰ ਨਹੀਂ ਬਾਰ-ਬਾਰ ਲੋੜ ਹੈ, ਕਿਉਂਕਿ ਇਸ ਨੇ ਨੁਕਸਾਨ ਸਾਡਾ ਬਹੁਤ ਕਰਤਾ। ਸਿੱਖ ਸੱਤ ਵਚਨ ਕਹਿਣਾ ਭੁੱਲ ਗਿਆ, ਹਰ ਗੱਲ ਤੇ ਸਵਾਲ ਤੇ ਸ਼ੰਕਾ, ਇਹਨੂੰ ਵਿੜੱਤਣ ਸਮਝਿਆ ਜਾਂਦਾ ਅੱਜ ਦੇ ਯੁੱਗ 'ਚ। ਸਾਨੂੰ ਵੀ ਪਤਾ ਹੈ ਸਵਾਲ ਉੱਠਣੇ ਚਾਹੀਦੇ ਨੇ, ਪਰ ਇੱਕ ਮਰਿਆਦਾ ਹੈ ਕਿ ਕਿਹੜੇ ਮਸਲਿਆਂ 'ਚ ਸਵਾਲ ਉੱਠਣੇ ਚਾਹੀਦੇ ਨੇ, ਕਿਹੜਿਆਂ 'ਚ ਨਹੀਂ ਉੱਠਣੇ ਚਾਹੀਦੇ। ਹੁਣ ਅਸੀਂ ਜਦੋਂ ਕਾਲਜਾਂ 'ਚ ਪੜ੍ਹਦੇ ਸੀ, ਅਸੀਂ ਕਿਹੜਾ ਨਹੀਂ ਟੀਚਰਸ ਤੋਂ ਸਵਾਲ ਪੁੱਛਦੇ ਸੀ। ਉਹ ਗਿਆਨ ਤਾਂ ਐਂ ਹਾਸਲ ਹੋਣਾ ਨਾ, ਤੁਸੀਂ ਸਾਰੀਆਂ ਗੁੰਝਲਾਂ ਸਾਰੇ ਸਵਾਲ ਉਹਨਾਂ ਨੂੰ ਤੁਸੀਂ ਸਮਝਣ ਦਾ ਯਤਨ ਕਰੋਗੇ, ਪੁੱਛੋਗੇ, ਹਰ ਜਵਾਬ 'ਤੇ ਜਿਹੜਾ ਕਰੋਗੇ। ਉਹ ਗੱਲਾਂ ਦੁਨਿਆਵੀ ਖੇਤਰ ਦੀਆਂ। ਸੋ ਦੁਨਿਆਵੀ ਤੇ ਦੈਵੀ 'ਚ ਫਰਕ ਨਾ ਸਮਝਣਾ, ਇਹ ਵੱਡੀ ਗੜਬੜ ਕਰਦੀ। ਸੋ ਗੁਰੂ ਸਾਹਿਬ ਦਾ ਜੋ ਉਹਨਾਂ ਨੇ ਨੁਕਸਾਨ ਕੀਤਾ, ਉਹਨਾਂ ਨੂੰ ਦੈਵੀ ਤੋਂ ਦੁਨਿਆਵੀ ਬਣਾਤਾ, ਗੁਰੂ ਤੋਂ ਮਨੁੱਖ ਦੇ ਪੱਧਰ ਤੱਕ ਲਿਆ ਵੀ ਇਸ ਤਰ੍ਹਾਂ ਹੋਇਆ ਹੋਣਾ।
ਹਾਂ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਇੱਕ ਵਰਗ ਹੈ ਵਿਦਵਾਨਾਂ ਦਾ ਜਿਨ੍ਹਾਂ ਨੂੰ ਸਾਰੀ ਆਧੁਨਿਕ ਗਿਆਨ ਵੀ ਹੈ, ਪਰ ਕਿਤੇ ਗੁਰੂ ਦੀ ਵਡੱਤਣ ਦਾ ਅਹਿਸਾਸ ਵੀ ਹੈ, ਮਨ 'ਚ ਦਿਲ 'ਚ ਹੈ। ਸੋ ਉਹ ਅੰਦਾਜ਼ਾ ਲਾਉਣ ਵੇਲੇ ਥੋੜ੍ਹਾ ਖਿਆਲ ਰੱਖ। ਮੈਂ ਹੁਣ ਉੱਥੇ ਇਸ ਰੂਪ 'ਚ ਮੈਂ ਤੁਹਾਡੇ ਨਾਲ ਨਹੀਂ, ਦੋ ਵਿਦਵਾਨਾਂ ਦਾ ਹਵਾਲਾ ਦੇ, ਜਿਹੜੇ ਤਾਂ ਹੈਗੇ ਤਰਕਵਾਦੀ, ਉਹਨਾਂ 'ਚ ਤਾਂ ਆ ਜਾਂਦੇ ਨੇ। ਸੁਰਜੀਤ ਪਾਤਰ ਹੋਇਆ, ਜਿਹੜੇ ਅੱਜ ਦੇ ਬੜੇ ਕਵੀ ਹੈਗੇ, ਉਹਨਾਂ ਨੇ ਵੀ ਕਵਿਤਾਵਾਂ ਲਿਖੀਆਂ ਖਾਲਸੇ ਦੀ ਸਾਜਨਾ ਬਾਰੇ। ਉਹਨਾਂ ਨੇ ਉਹਨੂੰ ਇੱਕ ਤਰਕਵਾਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ। ਪਰ ਜਿਹੜੇ ਤਰਕਵਾਦ ਤੋਂ ਪਾਸੇ ਹਟ ਕੇ ਜਿਨ੍ਹਾਂ ਨੇ ਉਹ ਸੰਗਤ ਦੀ ਮਨੋ ਅਵਸਥਾ ਨੂੰ ਸਮਝਣ ਦਾ ਯਤਨ ਕੀਤਾ ਕਿ ਉਹ ਸੰਗਤ ਦੇ ਵਿੱਚ ਕਿਸ ਕਿਸਮ ਦਾ ਰਿਸਪੌਂਸ ਹੋਇਆ ਹੋਣਾ, ਜਦੋਂ ਗੁਰੂ ਸਾਹਿਬ ਨੇ ਸਿੱਧੇ ਆ ਕੇ ਸੀਸ ਮੰਗ ਲਿਆ। ਉਹਦੇ ਵਿੱਚ ਦੋ ਬੰਦਿਆਂ ਦਾ ਮੈਂ ਤੁਹਾਨੂੰ ਵਿਦਵਾਨਾਂ ਦਾ ਇੱਥੇ ਹਵਾਲਾ ਦੇਣਾ। ਇੱਕ ਦਿੱਲੀ ਵਾਲੇ ਡਾਕਟਰ ਹਰਭਜਨ ਸਿੰਘ, ਬਹੁਤ ਵੱਡੇ ਕਵੀ ਵੀ ਸੀ। ਉਹਨਾਂ ਨੇ ਬਹੁਤ ਡੂੰਘੀ ਕਵਿਤਾ ਵੀ ਲਿਖੀ ਹੈ, ਚੰਗੀ ਕਵਿਤਾ ਵੀ ਲਿਖੀ ਹੈ, ਅਤੇ ਗਲਪ ਵੀ ਲਿਖਿਆ, ਵਾਰਤਕ ਵੀ ਲਿਖੀ। ਅਤੇ ਗੁਰੂ 'ਚ ਅਡੋਲ ਨੇਚਾ ਵਾਲੇ ਸੀਗੇ ਆਧੁਨਿਕ ਗਿਆਨ ਦੇ ਬਾਵਜੂਦ। ਉਹਨਾਂ ਨੇ ਇੱਕ ਕਵਿਤਾ ਹੈ ਉਹਨਾਂ ਦੀ, ਜਿਹਦੇ ਵਿੱਚ ਇਹ ਹੈ ਕਿ ਜਦੋਂ ਸੀਸ ਮੰਗਿਆ ਪਹਿਲਾ ਤੇ ਇੱਕ ਖੜਾ ਹੋਇਆ, ਗੁਰੂ ਸਾਹਿਬ ਉਹਨੂੰ ਲੈ ਗਏ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, ਫਿਰ ਸਾਰਿਆਂ ਨੂੰ ਵਾਪਸ ਲਿਆ ਕੇ ਇੰਨਾ ਪਿਆਰ ਦਿੱਤਾ। ਤਾਂ ਪਹਿਲੇ ਸਿਰ ਜਿਹਨੇ ਪੇਸ਼ ਕੀਤਾ, ਜਿਹੜਾ ਉਹਦੇ ਨਾਲ ਬੈਠਾ ਸੀ, ਉਹਦੇ ਮਨ 'ਚ ਇੱਕ ਪਛਤਾਵਾ ਜਾਗ ਗਿਆ। ਕਹਿੰਦਾ ਜੀ ਇੰਨੀ ਕੀ ਖੇਡ ਸੀ, ਮੈਂ ਕਿਉਂ ਨਾ ਉੱਠਿਆ। ਪਛਤਾਵਾ ਵੀ ਜੇ ਐਡੀ ਗੱਲ ਹੀ ਸੀ ਤੇ ਮੈਂ ਐਵੇਂ ਡਰ ਕੇ ਬੈਠਾ ਰਿਹਾ। ਪਰ ਉਹਨੇ ਉਸ ਕਵਿਤਾ 'ਚ ਉਹਦਾ ਜਵਾਬ ਵੀ ਦੇ ਦਿੱਤਾ। ਫਿਰ ਉਹੀ ਸਿੱਖ ਕਹਿੰਦਾ ਨਹੀਂ, ਉੱਠਿਆ ਉਹੀ ਜਿਹਦੇ ਸੀਸ ਸੀ, ਮੇਰੇ ਕੋਲ ਸਿਰ ਸੀ, ਸੀਸ ਨਹੀਂ ਸੀ। ਤੇ ਜਿਹੜਾ ਇਹ ਹੈ ਕਿ ਜੇ ਪਹਿਲਾਂ ਪਤਾ ਹੁੰਦਾ ਫਿਰ ਮੈਂ ਵੀ ਕਰ ਲੈਂਦਾ, ਇਹ ਤਾਂ ਖੋਟ ਹੈ। ਤੇ ਇੱਥੇ ਤਾਂ ਖੋਟ ਚੱਲਣਾ ਹੀ ਨਹੀਂ। ਇਹੀ ਇਹਦੀ ਵਿਸ਼ੇਸ਼ਤਾ ਗੁਰੂ ਦੇ ਘਰ ਦੀ। ਇੱਥੇ ਤਾਂ ਖਰਾ ਹੀ ਚੱਲੂ, ਇੱਥੇ ਖੋਟਾ। ਮਤਲਬ ਉਹਨੇ ਸਵਾਲ ਵੀ ਖੜਾ ਕਰਤਾ ਤੇ ਨਾਲ ਉਹਦਾ ਜਵਾਬ ਵੀ ਦਿੱਤਾ। ਸੋ ਮੇਰਾ ਕਹਿਣ ਤੋਂ ਭਾਵ ਹੈ ਉਹਦੀ ਕਲਪਨਾ ਇੱਕ ਦੂਰ ਤੱਕ ਗਈ, ਪਰ ਕਲਪਨਾ 'ਚੋਂ ਉਹ ਪਛਤਾਵੇ 'ਤੇ ਆ ਗਿਆ ਕਿ ਕੁਛ ਨੂੰ ਪਛਤਾਵਾ ਹੋਇਆ ਹੋਣਾ। ਹੁਣ ਮੈਂ ਦੂਜੇ ਕਵੀ ਦਾ ਜ਼ਿਕਰ ਕਰਦਾ, ਵਿਦਵਾਨ ਦਾ। ਉਹ ਹੈ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ। ਉਹ ਹੁਣ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਨੇ ਸਾਰੀ ਘਟਨਾ ਦਾ ਇੱਕ ਪੂਰਾ ਵਰਣਨ, ਬਿਰਤਾਂਤ ਆਪਦੇ ਵੱਲ ਉਹਨਾਂ ਨੇ ਵੀ ਲਿਖਿਆ। ਉਹਨਾਂ ਨੇ ਬਹੁਤ ਦਾਅਵੇ ਨਾਲ ਇਹ ਕਿਹਾ ਵੀ ਉੱਥੇ ਪਛਤਾਵੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਉੱਥੇ ਡਰ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੁੰਦਾ, ਉੱਥੇ ਘਬਰਾਹਟ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੁੰਦਾ, ਉੱਥੇ ਕੋਈ ਡਰ ਕੇ ਭੱਜ ਗਿਆ ਹੋਵੇ, ਨੱਸ ਗਿਆ ਹੋਵੇ, ਇਹ ਤਾਂ ਬਰਕਾ ਹੀ ਪਾੜ ਦਿਓ। ਇਹਦੇ ਉਹਨੂੰ ਜਵਾਬ ਵੀ ਦਿੱਤੇ ਆ ਵੀ ਕਿਉਂ, ਉਹ ਸੰਗਤ ਕੀ ਸੀ। ਕਿਉਂਕਿ ਜਿਹੜੀ ਸਾਥੋਂ ਉਕਾਈ ਹੁੰਦੀ ਹੈ ਉਹ ਸੰਗਤ ਕੋਈ ਐਵੇਂ ਜੁੜੀ ਹੋਈ ਭੀੜ ਥੋੜ੍ਹਾ ਸੀ। 9 ਪਾਤਸ਼ਾਹੀਆਂ ਨੇ ਪਹਿਲਾਂ ਜੋ ਧਰਤੀ ਤਿਆਰ ਕਰ ਚੁੱਕੇ ਸੀ, ਜ਼ਮੀਨ, ਉਹ ਉਹਦੀ ਫਸਲ ਸੀ। ਉਹ ਐਵੇਂ ਉੱਠ ਕੇ ਕਿਤੋਂ ਨਹੀਂ ਸੀ ਆ ਗਈ। ਅਤੇ ਜੇ ਉਹਨਾਂ 'ਚ ਵੀ ਘਬਰਾਹਟ ਫੈਲ ਗਈ, ਉਹ ਵੀ ਪਛਤਾਉਣ ਲੱਗ ਗਏ,
ਵੀ ਜੇ ਆਹੀ ਗੱਲ ਸੀ, ਜਾਂ ਉਹਨਾਂ ਨੂੰ ਵੀ ਡਰ ਲੱਗਣ ਲੱਗ ਗਿਆ, ਫਿਰ ਸੋਚੋ ਜਰਾ 9 ਪਾਤਸ਼ਾਹੀਆਂ ਦੀ ਕਮਾਈ ਉਹਦਾ ਕੀ ਬਣਿਆ। ਇਹ ਤਾਂ ਉਹਨੂੰ ਛੁਟਿਆਉਣ ਵਾਲੀ ਗੱਲ ਹੈ, ਤਾਂ ਬੜੀ ਡੂੰਘੀ ਗੱਲ ਹੈ ਕਿ ਕੋਈ ਵੀ ਗੱਲ ਸੋਚਣ ਤੇ ਕਹਿਣ ਤੋਂ ਪਹਿਲਾਂ ਉਹਦੀ ਗੰਭੀਰਤਾ 'ਚ ਜਾਓ। ਸੋ ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਸੰਗਤ ਆਮ ਸੰਗਤ ਨਹੀਂ ਸੀ। ਉਹ ਸਟੇਜਾਂ ਤਾਂ ਉਹ ਸਾਰੇ ਹੀ ਪਾਰ ਕਰ ਚੁੱਕੇ ਸੀ। ਮਨ 'ਚ ਕੋਈ ਸ਼ੰਕੇ ਨਹੀਂ ਸੀ ਰਹਿ ਗਏ, ਮਨ 'ਚ ਡਰ ਕੋਈ ਨਹੀਂ ਸੀ ਰਹਿ ਗਿਆ, ਪਛਤਾਉਣ ਦੀ ਵਜ੍ਹਾ ਹੀ ਕੋਈ ਨਹੀਂ ਸੀ ਰਹਿ ਗਈ, ਅਤੇ ਘਬਰਾਹਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਇਹੀ ਜਿਹੀ ਗੱਲ ਵਾਪਰੀ ਜਿਹਦੀ ਪਹਿਲਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ, ਜਿਹਦੇ ਬਾਰੇ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ, ਜਦੋਂ ਉਹ ਵਾਪਰੀ ਕੋਈ ਨਾ ਕੋਈ ਅਸਰ ਤਾਂ ਮਨ 'ਤੇ ਪਿਆ ਹੀ। ਹੁਣ ਜਿਹੜਾ ਇਹ ਹੈ ਕਿ ਇੱਕੋ ਹੀ ਕਿਉਂ ਉੱਠਿਆ, ਕਾਹਲੀ ਕਿਉਂ ਨਾ ਹੋਈ। ਅੱਛਾ, ਇਹ ਵੀ ਸਾਡੇ ਇਤਿਹਾਸ 'ਚ ਜ਼ਿਕਰ ਆਉਂਦਾ ਕਿ ਕੁਛ ਚਿਰ ਚੁੱਪ ਪਸਰੀ ਹੈ, ਇੱਕਦਮ ਨਹੀਂ ਵੀ ਸਕਿੰਟ ਲੱਗਿਆ ਤੇ ਉੱਠ ਕੇ ਸਿਰ ਪੇਸ਼ ਸੀਸ ਪੇਟ ਕਰ, ਕੁਛ ਗੈਪ ਜਿਹਾ ਪਿਆ। ਉਹਦੀ ਵਿਆਖਿਆ ਕੀ ਹੈ? ਕਾਹਲੀ ਕਿਉਂ ਨਹੀਂ, ਇੱਕਦਮ ਕੜਮੱਸ ਕਿਉਂ ਨਹੀਂ ਪੈ ਗਿਆ ਵੀ ਮੈਂ ਤਿਆਰ ਹਾਂ ਜੀ, ਮੈਂ ਤਿਆਰ ਹਾਂ। ਕੁਛ ਵੀ ਨਹੀਂ ਕਿਤੇ ਇਹੋ ਜਿਹਾ ਵਾਪਰਿਆ ਜਿਹਦੇ 'ਚ ਫਿਰ ਲੋਕਾਂ ਨੂੰ ਸ਼ੱਕ ਖੜੇ ਹੁੰਦੇ ਨੇ ਵੀ ਸਾਰਾ ਪਹਿਲਾਂ ਕਿਤੇ ਮਿਥਿਆ ਹੋਣਾ, ਕਿਉਂਕਿ ਉਹਨਾਂ ਨੂੰ ਉਹ ਸੰਗਤ ਦਾ, ਉਹਨਾਂ ਸਿੱਖਾਂ ਦਾ ਪਤਾ ਨਹੀਂ, ਤੇ ਗੁਰੂ ਦੀ ਅਜ਼ਮਤ ਦਾ ਪਤਾ ਨਹੀਂ, ਗੁਰੂ ਦੀ ਬੜੱਤਣ ਦਾ ਪਤਾ ਨਹੀਂ। ਹਰਿੰਦਰ ਸਿੰਘ ਮਹਿਬੂਬ ਹੈ ਜਿਹਨੇ ਫਿਰ ਸਾਰੀਆਂ ਗੱਲਾਂ ਦਾ ਆਪਣੇ ਵੱਲੋਂ ਇੱਕ ਵਿਆਖਿਆ ਦਿੱਤੀ। ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਦੀ ਵਿਆਖਿਆ ਪੂਰੀ ਸਹੀ ਹੋਵੇ, ਕਿਉਂਕਿ ਹੈ ਤਾਂ ਕਲਪਨਾ ਹੀ, ਅਕਲ ਦੀ ਉਡਾਰੀ ਹੈ ਇੱਕ। ਪਰ ਅਕਲ ਦਾ ਵੀ ਫਰਕ ਹੁੰਦਾ, ਕਈ ਅਕਲ ਇਹੀ ਜਿਹੀ ਹੁੰਦੀ ਹੈ ਜਿਹੜੀ ਸੱਚਾਈ ਦੇ ਐਨ ਨੇੜੇ ਤੱਕ ਵੀ ਜਾ ਪਹੁੰਚ ਜਾਏ, ਜੇ ਪੂਰਾ ਸੱਚਾਈ ਤੱਕ ਨਾ ਵੀ ਪਹੁੰਚੇ ਉਹਦੇ ਬਹੁਤ ਨੇੜੇ ਜਾ ਸਕਦੇ। ਸੋ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਮਹਾਨਤਾ ਤੇ ਵਡੱਤਣ ਉਹ ਇਸ ਗੱਲ 'ਚ, ਉਹਨੇ ਸਾਲ ਲਾਤੇ, ਦਹਾਕੇ ਲਾਤੇ, ਸਭ ਕੁਛ ਭੁੱਲ ਗਿਆ। ਉਹਨੇ ਉਹ ਸਭ ਕੁਝ ਸਮਝਣ ਦਾ ਯਤਨ ਕੀਤਾ, ਇੱਕ ਸਾਧਨਾ 'ਚੋਂ ਲੰਘਿਆ। ਇਹ ਇਕੱਲੀ ਪੜ੍ਹਨ ਦੀ ਗੱਲ ਨਹੀਂ ਵੀ ਰੱਟੇ ਲਾ ਲਏ ਤੇ ਗੱਲਾਂ ਦੇ ਨੋਟਸ ਲੈ ਲਏ ਤੇ ਗੱਲਾਂ ਪੜ੍ਹ ਲਈਆਂ। ਇੱਕ ਮਾਨਸਿਕ ਪੱਧਰ ਦੇ ਉੱਤੇ ਵੀ ਮਨ ਨੂੰ ਸਾਧਿਆ ਵੀ ਤਾਂ ਕਿ ਮੈਂ ਗੁਰੂ ਦੇ ਜਿੰਨਾ ਕੁ ਨੇੜੇ ਜਾ ਕੇ ਬੁੱਝ ਸਕਦਾ। ਅਖੀਰ 'ਤੇ ਉਹਦਾ ਇਹ ਹੈ, ਬੁੱਝਿਆ ਨਹੀਂ ਜਾ ਸਕਦਾ, ਪਰ ਤੁਸੀਂ ਉਹ ਅੰਦਾਜ਼ੇ ਲਾ ਸਕਦੇ ਹੋ, ਅਤੇ ਉਹਦਾ ਅੰਦਾਜ਼ਾ ਕਾਫੀ ਨੇੜੇ ਤੱਕ ਹੋਇਆ। ਮੇਰਾ ਇਹ ਨਿਰਣਾ। ਸੋ ਹੁਣ ਉਹਨੇ ਕਿਹਾ ਵੀ ਜਿਹੜਾ ਇਹ ਇੱਕ ਚੁੱਪ ਪਸਰੀ ਤੇ ਸਿਰ ਦੇਣ 'ਚ ਕਾਹਲੀ ਕੋਈ ਨਹੀਂ, ਉਹਦੀ ਵਿਆਖਿਆ ਕੀ ਹੈ? ਇੱਥੇ ਉਹਨੇ ਇੱਕ ਬਹੁਤ ਡੂੰਘੀ ਗੱਲ ਕਹੀ ਹੈ, ਜਿਹਨੂੰ ਸਮਝਣ 'ਚ ਮੈਨੂੰ ਵੀ ਦਿੱਕਤ ਹੈ। ਮੈਂ ਕਹਾਂ ਮੈਂ ਪੂਰੀ ਸਮਝ ਲਈ, ਅਤੇ ਇਹ ਵੀ ਤੁਸੀਂ ਮਤਲਬ ਪਹਿਲਾਂ ਹੀ ਮੈਂ ਦੱਸ ਦੇਣਾ ਚਾਹੁੰਦਾ, ਉਹ ਕਾਫੀ ਔਖੀ ਸਮਝ ਆ। ਇੱਕ ਤਾਂ ਉਹਨੇ ਇਹ ਕਿਹਾ ਕਿ ਉਹ ਚੁੱਪ ਦਾ ਕਾਰਨ ਕੀ ਸੀ। ਦੇਖੋ, ਇੱਕ ਤਾਂ ਮੋਟੀ ਜਿਹੀ ਤਾਂ ਆਪਾਂ ਗੱਲ ਕਹਿ ਸਕਦੇ ਹਾਂ ਨਾ ਵੀ ਜਿਹੜੀ ਗੱਲ ਦਾ ਕੋਈ ਕਿਸੇ ਦੀ ਕਲਪਨਾ, ਜਾਂ ਆਪਣੇ ਅੱਜ ਵੀ ਆਪਾਂ ਦੇਖਦੇ ਹਾਂ ਕੋਈ ਅਚਾਨਕ ਇਹੀ ਜਿਹੀ ਗੱਲ ਵਾਪਰ ਜਾਂਦੀ ਹੈ, ਇੱਕ ਵਾਰ ਤਾਂ ਵੀ ਆ ਕੀ ਹੋ ਗਿਆ। ਸੋ ਇਹ ਵੀ ਹੋ ਸਕਦਾ ਨਾ ਇੱਕ ਹੈਰਾਨੀ ਐਡੀ, ਪਰ ਉਹ ਕਹਿੰਦਾ ਵੀ ਉੱਥੇ ਹੈਰਾਨੀ ਨਹੀਂ ਸੀ, ਉਹਦੇ 'ਚ ਇੱਕ ਹੋਰ ਰਾਜ ਹੈ। ਉਹ ਕਹਿੰਦਾ ਵੀ ਇਹ 2 ਸਦੀਆਂ ਉਹਦੇ ਪਿੱਛੇ ਖੜੀਆਂ, ਉਸ ਛਿਣ ਦੇ ਪਿੱਛੇ ਜਿਸ ਛਿਣ 'ਤੇ ਗੁਰੂ ਨੇ ਸੀਸ ਮੰਗਿਆ,
ਉਹ ਛਿਣ ਵਸਤੂ ਕਾਲ 'ਚ ਨਿਖੜਵਾ ਨਹੀਂ, ਉਹਦੇ ਪਿੱਛੇ 2 ਸਦੀਆਂ ਖੜੀਆਂ। ਉਹ ਸਦੀਆਂ ਨੂੰ ਬੁੱਝੋ ਕੀ ਖੜਾ ਉਹਦੇ ਪਿੱਛੇ। ਉਹਦੇ 'ਚ ਫਿਰ ਉਹਨੇ ਉਹਦੀ ਵਿਆਖਿਆ ਕੀਤੀ ਹੈ, ਉਹਦਾ ਇਹ ਹੈ ਕਿ ਸਿੱਖ ਦਾ ਸਾਰਾ ਯਤਨ, ਸਾਰਾ ਸਫ਼ਰ ਗੁਰੂ ਦੀ ਪਛਾਣ ਕਰਨ 'ਤੇ। ਬਹੁਤ ਡੂੰਘਾ ਨੁਕਤਾ। ਜੀਵਨ ਦਾ ਸਾਰਾ ਮਨੋਰਥ ਸਿੱਖ ਦਾ ਮੈਂ ਗੁਰੂ ਦੀ ਮੁਕੰਮਲ ਪਛਾਣ ਕਰ ਲਾਂ, ਇੰਨੀ ਪਛਾਣ ਕਰ ਲਾਂ ਕਿ ਮੇਰੇ ਤੇ ਗੁਰੂ 'ਚ ਬਿੱਥੀ ਫਰਕ ਖਤਮ ਹੋ ਜਾਏ, ਮੈਂ ਗੁਰੂ 'ਚ ਅਭੇਦ ਹੋ ਜਾ। ਸਿੱਖ ਦਾ ਜੀਵਨ ਦਾ ਮਨੋਰਥ ਇਹੀ ਹੈ, ਅਸਲੀ ਸਿੱਖ। ਜੇ ਗੁਰੂ ਦੇ ਸਿੱਖ ਹੋ, ਜੇ ਗੁਰੂ ਸ਼ਰਧਾ ਹੈ ਸਾਡੀ, ਤਾਂ ਮਨੋਰਥ ਇਹ ਚਾਹੀਦਾ ਅਸੀਂ ਉੱਥੋਂ ਤੱਕ ਭਾਵੇਂ 10% ਹੀ ਪਹੁੰਚੀਏ। ਸਿੱਖ ਦਾ ਯਤਨ ਇਹ ਕਿ ਗੁਰੂ ਨੂੰ ਪਛਾਣ। ਹੁਣ ਜਿਹੜੇ ਪਛਾਣ, ਇਹ ਕੋਈ ਸਥੂਲ ਵਰਤਾਰਾ ਨਹੀਂ, ਯਾਰ ਸਾਹਮਣੇ ਤਾਂ ਦਿਖਦੇ ਨੇ ਅੱਖਾਂ ਦੇ। ਇੱਕ ਬਾਹਰੀ ਰੂਪ ਵੀ ਹੈ ਨਾ ਗੁਰੂ ਦਾ। ਹੁਣ ਬਾਹਰੀ ਰੂਪ ਤਾਂ ਸਾਰਿਆਂ ਨੂੰ ਦਿਖਦਾ, ਗੁਰੂ ਦੇ ਅੰਦਰ ਤੱਕ ਦੇਖ ਲੈਣਾ। ਸੋ ਉੱਥੋਂ ਗੁਰੂ ਵੀ ਬੁੱਝ ਨਾ ਰਹੇ। ਉਹ ਜਦੋਂ ਤੁਸੀਂ ਫਿਰ ਗੁਰੂ ਦਾ ਰੂਪ ਹੋ। ਆਪਣੇ ਤਾਂ ਹੁਣ ਆਪਾਂ ਐਵੇਂ ਇੱਕ ਰਿਵਾਜ ਹੀ ਬਣ ਗਿਆ ਨਾ ਵੀ ਸੰਗਤ ਨੂੰ ਗੁਰੂ ਰੂਪੀ ਸਾਧ ਸੰਗਤ, ਇਹ ਠੀਕ ਨਹੀਂ। ਗੁਰੂ ਪਿਆਰੀ ਕਹਿ ਸਕਦੇ ਹਾਂ। ਗੁਰੂ ਰੂਪੀ ਬਣਨ ਵਾਸਤੇ ਤਾਂ ਬਹੁਤ ਲੰਮਾ ਸਫ਼ਰ ਹੈ। ਉਹ ਹੈ ਜਦੋਂ ਤੁਹਾਨੂੰ ਗੁਰੂ ਦੀ ਮੁਕੰਮਲ ਪਛਾਣ ਹੋ। ਹੁਣ ਜਿਹੜਾ ਪਛਾਣ ਦੀ ਗੱਲ ਹੈ, ਮੈਂ ਇਹਦੀ ਇੱਕ ਸੌਖੀ ਜਿਹੀ ਉਦਾਹਰਨ ਦੇਣੀ ਹੋਵੇ। ਆਪਣਾ ਜ਼ਿੰਦਗੀ 'ਚ ਕਿੰਨੇ ਬੰਦਿਆਂ ਨਾਲ ਵਾਹ ਪੈਂਦਾ, ਸਾਡੇ ਸ਼ੁਭ ਚਿੰਤਕਾਂ ਨਾਲ ਵੀ ਤੇ ਦੋਖੀਆਂ ਨਾਲ। ਆਪਾਂ ਨੂੰ ਕਿੰਨੀ ਵਾਰ ਜ਼ਿੰਦਗੀ 'ਚ ਅਹਿਸਾਸ ਹੁੰਦਾ ਹੈ ਜਦੋਂ ਕੋਈ ਗੱਲ ਵਾਪਰ ਜਾਂਦੀ ਹੈ, ਯਾਰ ਮੈਂ ਇੰਨੇ ਸਾਲਾਂ 'ਚ ਇਹਨੂੰ ਸਮਝਿਆ ਹੀ ਨਹੀਂ। ਇਹ ਦੋਸਤਾਂ ਬਾਰੇ ਵੀ ਹੁੰਦੀ ਹੈ, ਦੁਸ਼ਮਣਾਂ ਬਾਰੇ ਵੀ ਹੁੰਦੀ ਹੈ। ਇਹ ਰਾਜਨੀਤੀ 'ਚ ਵੀ ਹੁੰਦੀ ਹੈ, ਸਮਾਜਿਕ ਜੀਵਨ 'ਚ ਵੀ ਹੁੰਦੀ ਹੈ, ਨਿੱਜੀ ਰਿਸ਼ਤਿਆਂ 'ਚ ਵੀ ਹੁੰਦੀ ਹੈ। ਜੀਵਨ ਪਰ ਇਕੱਠੇ ਰਹਿ ਕੇ ਵੀ ਬਹੁਤ ਕੁਛ ਰਹਿ ਜਾਂਦਾ ਹੈ। ਯਾਰ ਮੈਨੂੰ ਤਾਂ ਸਮਝ ਹੀ ਨਾ ਆਈ ਸਾਰੀ ਉਮਰ। ਜਾਂ ਤਾਂ ਉਹ ਬਹੁਤ ਚੰਗਾ ਨਿਕਲ ਜੇ ਨਾ, ਮਰਨ ਤੋਂ ਬਾਅਦ ਸਾਡੇ ਅਕਸਰ ਗੱਲ ਹੁੰਦੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹ ਇੰਨਾ ਚੰਗਾ, ਮੈਨੂੰ ਤਾਂ ਸਾਰੀ ਉਮਰ ਮੈਨੂੰ ਤਾਂ ਸਮਝ ਹੀ ਨਹੀਂ ਆਈ। ਬਦ ਬਾਰੇ ਵੀ ਇਹੀ ਹੁੰਦਾ, ਜਦੋਂ ਕੋਈ ਬਦੀ ਕਰਦਾ ਵੀ ਮੈਂ ਤਾਂ ਇਹ 'ਤੇ ਬੜਾ ਯਕੀਨ ਕਰਕੇ ਚੱਲਦਾ ਰਿਹਾ, ਜਿਹਦੇ ਵੱਲ ਤੁਹਾਨੂੰ ਉਹ ਬੰਦਾ ਪਛਾਣਨ 'ਚ ਦਿੱਕਤ ਆਈ ਹੈ। ਪਛਾਣਨਾ ਕਿੰਨਾ ਔਖਾ ਹੁੰਦਾ। ਬਾਕੀ ਤੁਹਾਨੂੰ ਉਹਦਾ ਸਾਰਾ ਨੱਕ ਮੂੰਹ ਅੱਖਾਂ ਸਭ ਕੁਝ ਪਤਾ ਦਿਖਦੀਆਂ, ਜਿਹਦਾ ਮਤਲਬ ਉਹਦੇ ਮਨ ਨੂੰ ਬੁੱਝਣਾ, ਉਹਦੀ ਮਾਨਸਿਕਤਾ ਨੂੰ ਸਮਝਣਾ, ਇਹਦੀ ਮਾਨਸਿਕਤਾ ਕਿਹੋ ਜਿਹੀ। ਅਤੇ ਜੇ ਆਮ ਬੰਦੇ ਦੇ ਸੰਬੰਧ 'ਚ ਏਡਾ ਵੱਡਾ ਔਖੀ ਗੱਲ ਹੈ ਇਹ, ਅਤੇ ਗੁਰੂ ਦੀ ਮਨ ਨੂੰ ਸਮਝਣਾ, ਗੁਰੂ ਦੀ ਪਛਾਣ ਕਰਨੀ, ਇਹ ਤਾਂ ਬਹੁਤ ਔਖੀ ਗੱਲ। ਸੋ ਉਹ ਜਿਹੜਾ ਛਿਣ ਸੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਕਹਿਣ ਅਨੁਸਾਰ, ਉਹ ਛਿਣ ਦੀ ਵਿਸ਼ੇਸ਼ਤਾ ਇਹ ਸੀ ਕਿ ਜਦੋਂ ਸਿੱਖ ਨੇ ਗੁਰੂ ਨਾਲੋਂ ਆਪਦਾ ਸਾਰਾ ਫਾਸਲਾ ਖਤਮ ਕਰ ਦੇਣਾ ਸੀ, ਸਿੱਖ ਨੇ ਗੁਰੂ 'ਚ ਅਭੇਦ ਹੋ ਜਾਣਾ ਸੀ, ਗੁਰੂ ਦੀ ਮੁਕੰਮਲ ਪਛਾਣ ਦੇ ਛਿਣ ਸੀ ਉਹ ਸਿਰ ਤਾਂ ਹੀ ਦਿੱਤਾ ਜਾਂਦਾ ਜਦੋਂ ਲਹੂ ਨੁੱਚੜਦੀ ਤਲਵਾਰ ਦੂਜੀ ਵਾਰ ਦਿਸ ਵੀ ਗਈ, ਫਿਰ ਵੀ ਕੋਈ ਜਕੋ ਤਕੀ ਨਹੀਂ ਵੀ ਸੋਚੀ ਪੈ ਗਿਆ ਹੋਵੇ ਵੀ ਇਹ ਤਾਂ ਕੰਮ ਸੀਰੀਅਸ ਲੱਗਦਾ ਨਾ। ਸੋ ਇਹ ਜਿਹੜਾ ਇਹ ਗੱਲ ਹੈ, ਜਿਹੜੀ ਇਹ ਮੰਜ਼ਿਲ, ਇਹ ਛੋਟੀ ਨਹੀਂ, ਅਤੇ ਇਹ ਉਦੋਂ ਹੀ ਸ਼ੁਰੂ ਨਹੀਂ ਸੀ ਹੋਈ ਉਸ ਛਿਣ 'ਤੇ।
ਇਹ ਤਾਂ 2 ਸਦੀਆਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਸਫ਼ਰ ਸਿੱਖ ਦਾ। ਸਿੱਖ 2 ਸਦੀਆਂ ਤੋਂ ਇਸੇ ਸਫ਼ਰ ਵਿੱਚ ਸੀ ਕਿ ਕਦੋਂ ਮੈਨੂੰ ਗੁਰੂ ਦੀ ਪੂਰਨ ਰੂਪ ਦੇ ਵਿੱਚ ਮੁਕੰਮਲ ਪਛਾਣ ਹੋ। 2 ਸਦੀਆਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ। ਇਹਨਾਂ 2 ਸਦੀਆਂ 'ਚ ਵਿਅਕਤੀਗਤ ਪੱਧਰ ਤੇ ਸਿੱਖਾਂ ਨੂੰ ਪਛਾਣ ਹੋਈ ਹੈ। ਸਾਰੇ ਸਮੇਂ 'ਚ ਵਿਅਕਤੀਗਤ ਪੱਧਰ ਤੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲੀ ਪਛਾਣ ਬੇਬੇ ਨਾਨਕੀ ਨੂੰ ਹੋਈ ਸੀ, ਪਰਿਵਾਰ 'ਚੋਂ, ਕਿ ਆਮ ਬੱਚਿਆਂ ਵਰਗਾ ਬੱਚਾ ਨਹੀਂ, ਤਾਂ ਕੋਈ ਖਾਸ ਗੱਲ, ਉਹਨੂੰ ਖਾਸ ਗੱਲ ਦਾ ਪਤਾ ਲੱਗ ਗਿਆ ਸੀ। ਬੇਬੇ ਨਾਨਕੀ ਨੂੰ ਹੋਈ, ਮਰਦਾਨੇ ਨੂੰ ਹੋਈ, ਰਾਏ ਬੁਲਾਰ ਨੂੰ ਵੀ ਹੋਈ। ਪਰ ਸ਼ੁਰੂ 'ਚ ਇੰਨੇ ਕੀ ਸੀ ਪਛਾਣਨ ਵਾਲੇ। ਚਲੋ ਫੇਰ ਚੱਲਦਾ ਸਿਲਸਿਲਾ, ਹੋਰ ਵੀ ਸ਼ਾਮਲ ਹੁੰਦੇ ਨੇ, ਪਰ ਵਿਅਕਤੀਗਤ ਰੂਪ 'ਚ 1 ਤੋਂ 2 3 4 ਐ ਨਿਖੜਵੇਂ ਰੂਪ 'ਚ। ਸਮੂਹ ਸੰਗਤ ਨਹੀਂ, ਜੋ ਵੀ ਅੱਜ ਨਾਮ ਲੇਵਾ ਸਿੱਖ ਹੈ ਉਹਨੂੰ ਪੂਰੀ ਪਛਾਣ ਹੋ। ਇਹ ਉਦੋਂ ਵੀ ਨਹੀਂ ਸੀ, ਵਿਅਕਤੀਗਤ ਰੂਪ 'ਚ ਹੁੰਦੀ ਰਹੀ ਤੇ ਉਹ ਵਰਤਾਰਾ ਚੱਲਦਾ ਰਿਹਾ। ਉਹ ਜਿਹਨੂੰ ਪਛਾਣ ਹੋ ਜਾਂਦੀ ਸੀ ਉਹ ਬੰਦਾ ਗੁਰਮੁਖਤਾ ਦੀ ਸੰਪੂਰਨਤਾ ਤੱਕ ਪਹੁੰਚ ਜਾਂਦਾ। ਗੁਰਮੁਖ, ਸੰਪੂਰਨ ਗੁਰਮੁਖ ਉਹ ਹੁੰਦਾ ਸੀ ਜਿਹਨੂੰ ਗੁਰੂ ਦੀ ਮੁਕੰਮਲ ਪਛਾਣ। ਵਿਸ਼ਵਾਸ ਵਾਲੇ ਤਾਂ ਬਹੁਤ ਸੀ, ਸ਼ਰਧਾ ਵਾਲੇ ਬਹੁਤ ਸੀ, ਪਿਆਰ ਵਾਲੇ ਬਹੁਤ ਸੀ, ਮੁਕੰਮਲ ਪਛਾਣ ਵਾਲੇ ਬਿਰਲੇ ਸੀ। ਸੋ ਇਹ ਸਿਲਸਿਲਾ 2 ਸਦੀਆਂ ਚੱਲਿਆ ਕਿ ਵਿਅਕਤੀਗਤ ਇਕਾਈਆਂ ਨੂੰ ਹੁੰਦੀ ਰਹੀ, ਜਿਹੜੀ ਸਗਲ ਸੰਗਤ ਹੈ ਉਹਦੇ ਸਰਬ ਆਕਾਰ ਨੂੰ ਹੀ ਹੋ ਜੇ, ਇਹ ਮੰਜ਼ਿਲ ਸੀ। ਤੇ ਸਾਰਾ ਸਫ਼ਰ ਖਾਲਸੇ ਦਾ 2 ਸਦੀਆਂ ਤੋਂ, ਖਾਲਸਾ ਨਾ ਕਹੀਏ ਸਿੱਖ ਦਾ, ਉਹ ਇਹੀ ਸੀ ਕਿ ਸਾਰੀ ਸੰਗਤ ਨੂੰ ਸਰਬ ਆਕਾਰ ਰੂਪ ਦੇ ਵਿੱਚ ਗੁਰੂ ਦੀ ਪਛਾਣ ਉਹ ਹੁੰਦੀ ਹੈ ਕਿ ਨਹੀਂ। ਹਰਿੰਦਰ ਸਿੰਘ ਮਹਿਬੂਬ ਕਹਿੰਦਾ ਵੀ ਉਸ ਮੌਕੇ ਜਿਹੜੀ ਸੰਗਤ ਸੀ ਉੱਥੇ, ਉਹਦੇ 'ਚ ਜੇ ਕਿਤੇ ਸੁੰਨ ਵੀ ਵਰਤੀ ਕੁਛ ਚਿਰ ਵਾਸਤੇ, ਉਹ ਕਿਸੇ ਡਰ ਜਾਂ ਘਬਰਾਹਟ 'ਚੋਂ ਨਹੀਂ ਸੀ। ਉਹ ਛਿਣ ਦਾ ਤੇਜ ਹੀ ਐਡਾ ਸੀ, ਉਹਦਾ ਬੋਝ ਹੀ ਐਡਾ ਸੀ, ਉਹਦੇ ਪਿੱਛੇ ਇੱਕ ਐਡਾ ਸਫ਼ਰ ਖੜਾ ਸੀ ਤੇ ਉਸ ਛਿਣ ਤੇ ਉਸ ਸਫ਼ਰ ਨੇ ਆਪਦੀ ਮੰਜ਼ਿਲ ਤੇ ਪਹੁੰਚ ਜਾਣਾ ਸੀ। ਸ਼ੁਰੂ 1 ਤੋਂ ਹੋਇਆ, ਭਾਵੇਂ 2 ਤੋਂ ਹੋਇਆ ਸੀਸ ਦੇਣ ਦੇ ਤੋਂ, ਪਰ ਉਦਣ ਸੰਗਤ ਜਿਹੜੀ ਉਹ ਗੁਰੂ ਦਾ ਰੂਪ ਹੋ, ਗੁਰੂ 'ਚ ਅਭੇਦ ਹੋ ਗਿਆ। ਗੁਰੂ 'ਚ ਤੇ ਸਿੱਖ 'ਚ ਫਾਸਲਾ ਉਦੋਂ ਮਿਟ ਗਿਆ। ਸੋ ਇਸ ਕਰਕੇ ਜਦੋਂ 5 ਪਿਆਰੇ ਜਿਹੜੇ ਸੀ ਉਹ ਤੰਬੂ 'ਚੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਦੇਖ ਕੇ ਕਿਸੇ ਦੇ ਮਨ 'ਚ ਕੋਈ ਪਛਤਾਵਾ ਨਹੀਂ ਹੋ ਸਕਦਾ, ਕਿਉਂਕਿ ਉਹ ਸਾਰੇ ਉਹਨਾਂ ਜਿਹੇ ਹੋ ਗਏ। ਉਹਨਾਂ ਨੂੰ ਆਪਦੇ ਹੀ ਲੱਗਦੇ ਸੀ, ਆਪ ਤੋਂ ਵੱਖਰਾ ਕੁਛ ਵੀ ਨਹੀਂ ਸੀ ਲੱਗਦਾ। ਹਰਿੰਦਰ ਸਿੰਘ ਮਹਿਬੂਬ ਕਹਿੰਦਾ ਕਿ ਉਸ ਮੌਕੇ ਉਹਨਾਂ 5 ਦੇ ਵਿੱਚ ਭੂਤ ਭਵਿੱਖ ਦੇ ਸਾਰੇ ਸਿੰਘਾਂ ਦੀ ਸੁੰਦਰਤਾ ਦਾ ਜਲਾਉ ਆ, ਸ਼ਹੀਦ ਸਿੰਘਾਂ ਦਾ, ਕਿਉਂਕਿ ਉਦੋਂ ਤੱਕ ਸਿੰਘ ਸ਼ਹੀਦ ਹੋ ਚੁੱਕੇ ਸੀ। ਸਿੱਖ ਵਿਅਕਤੀਗਤ ਰੂਪ 'ਚ ਸੀ, ਇਹ ਝੱਲ ਝੱਲ ਕੇ ਵੀ ਹੋਏ ਤੇ ਜੰਗਾਂ ਦੇ ਵਿੱਚ ਵੀ ਹੋਏ, 6ਵੇਂ ਪਾਤਸ਼ਾਹ ਦੀਆਂ ਜੰਗਾਂ 'ਚ ਵੀ ਤੇ 10ਵੇਂ ਪਾਤਸ਼ਾਹ ਦੀਆਂ ਜੰਗਾਂ 'ਚ। ਉਹ ਕਹਿੰਦਾ ਵੀ ਉਹ ਜਿਹੜੇ ਹੋ ਚੁੱਕੇ ਸ਼ਹੀਦ ਹੈ, ਜਿਹੜੇ ਕਿਤੇ ਵੀ ਭਵਿੱਖ 'ਚ ਹੋਣੇ ਆ ਸਿੱਖ ਸ਼ਹੀਦ, ਉਹਨਾਂ ਸਾਰਿਆਂ ਦੀ ਸੁੰਦਰਤਾ ਦਾ ਜਲਾਓ ਉਹਨਾਂ 5 'ਚ ਆ ਗਿਆ। ਸੋ ਉਹ ਤੇਜ਼ ਚੱਲਣਾ ਉਹਨਾਂ ਦਾ, ਉਹ ਕਿਤੇ ਸੌਖਾ ਸੀ।
ਉੱਥੇ ਕਾਲੀ ਕਿਵੇਂ ਹੋ ਸਕਦੀ ਸੀ, ਉੱਥੇ ਕੜਮੱਸ ਕਿਵੇਂ ਪੈ ਸਕਦਾ ਸੀ। ਉਹ ਤੇਜ਼ ਚੱਲਣ ਦਾ ਜਿਹਦੇ 'ਚ ਤਾਣ ਸੀ, ਜਿਹਦੇ 'ਚ ਉਹ ਬੋਝ ਚੁੱਕਣ ਦਾ ਤਾਣ ਸੀ, ਉਹੀ ਉੱਠਿਆ ਨਾ। ਚਲੋ ਹੌਲੀ 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 ਉਸ ਸਫ਼ਰ ਨੇ ਖਤਮ ਹੋਣਾ ਸੀ, ਆਪਦੇ ਅਖੀਰਲੀ ਮੰਜ਼ਿਲ 'ਤੇ ਪਹੁੰਚਣਾ ਸੀ। ਪਰ ਉਹਦੀ ਇੱਕ ਕਹਿੰਦਾ ਸ਼ਰਤ ਸੀ, ਸੰਗਤ ਰੂਪ 'ਚ ਸਰਬ ਆਕਾਰ ਸੰਗਤ ਦਾ ਗੁਰੂ 'ਚ ਉਦੋਂ ਹੀ ਅਭੇਦ ਹੋ ਸਕਦਾ ਮੌਤ ਦੇ ਛਿਣ 'ਤੇ। ਨਾ ਵੀ ਸੀਸ ਲੈਣ ਦੀ ਕੀ ਲੋੜ ਪੈ ਗਈ ਸੀ, ਆਹ ਲੋੜ ਪੈ ਗਈ ਸੀ। ਇਸ ਹੱਦ ਤੱਕ ਜਿਹੜੀ ਅਭੇਦਤਾ ਹੈ, ਉਹਦੇ ਵਾਸਤੇ ਮੌਤ ਦਾ ਛਿਣ ਜ਼ਰੂਰੀ ਸੀ। ਉਹ ਗੁਰੂ ਸਾਹਿਬ ਨੇ ਪੈਦਾ ਕੀਤਾ। ਮੌਤ ਕਬੂਲੀ, ਬਿਲਕੁਲ ਪ੍ਰੈਕਟੀਕਲ ਅਮਲੀ ਰੂਪ ਦੇ ਵਿੱਚ। ਤੇ ਜਿੰਨਿਆਂ ਦਾ ਮੰਗ ਲੈਂਦੇ ਉਦੋਂ ਗੁਰੂ, ਜੇ 20,000 ਨੂੰ ਵੀ ਕਹਿ ਦਿੰਦੇ ਤਾਂ ਸਾਰੇ ਹਾਜ਼ਰ ਸੀ। ਫੇਰ ਦੱਸੋ ਫਰਕ ਕੀ ਰਹਿ ਗਿਆ, ਦੂਰੀ ਕੀ ਰਹਿ ਗਈ, ਹੋ ਗਏ ਨਾ ਅਭੇਦ। ਉਹ ਕਹਿੰਦਾ ਵੀ ਆਹ ਚੀਜ਼ ਸੀ ਜਿਹਦਾ ਬੋਝ ਸੀ, ਜਿਹਦਾ ਤੇਜ ਸੀ, ਉਹ ਝੱਲਣਾ ਬੜਾ ਔਖਾ ਸੀ। ਇਹ ਇੱਕਦਮ ਇੱਕ ਛਿਣ 'ਚ ਨਹੀਂ ਹੋਣਾ ਸੀ, ਇਹਨੇ ਸਮਾਂ ਲਿਆ। ਪਰ ਜਦੋਂ ਪਤਾ ਲੱਗ ਗਿਆ ਫਿਰ ਉਹ ਬਿਲਕੁਲ ਹੀ ਬਦਲ ਗਈ। ਫਿਰ ਪੰਜੇ ਪਿਆਰੇ ਤੇ ਗੁਰੂ, ਸੰਗਤ ਤੇ ਗੁਰੂ, ਉਹ ਸਾਰੇ ਇੱਕ ਹੋ ਗਏ। ਹੁਣ ਆ ਇੱਕ ਵਿਆਖਿਆ ਹੈ ਹਰਿੰਦਰ ਸਿੰਘ ਮਹਿਬੂਬ, ਜਿਹਦੇ 'ਚ ਉਹਨੇ ਪਛਤਾਵੇ 'ਤੇ ਵੀ ਕਾਂਟਾ ਫੇਰਤਾ, ਡਰ 'ਤੇ ਫੇਰਤਾ, ਘਬਰਾਹਟ 'ਤੇ ਫੇਰਤਾ। ਜਿਹੜੇ ਬੰਦਿਆਂ ਨੇ ਇਹ ਕਿਹਾ ਕਿ ਘਬਰਾਹਟ ਫੈਲ ਗਈ ਜਾਂ ਡਰ ਕੇ ਭੱਜ ਗਏ ਕਈ, ਜਾਂ ਜਾ ਕੇ ਮਾਤਾ ਗੁਜਰੀ ਨੂੰ ਕਿਹਾ ਵੀ ਆਓ, ਤੁਸੀਂ ਆਓ, ਸਮਝਾਓ ਕੁਛ, ਉਹ ਮਨੁੱਖੀ ਮਨ ਨੂੰ, ਮਨੁੱਖੀ ਮਨੋਵਿਗਿਆਨ ਨੂੰ ਇੱਕ ਬਿਲਕੁਲ ਹੀ ਆਮ ਪੱਧਰ 'ਤੇ ਸਮਝਣ ਵਾਲੇ ਲੋਕ ਸੀ ਕਿ ਆਮ ਹਾਲਤ 'ਚ ਐ ਹੁੰਦਾ। ਮੈਂ ਇਹ ਗੱਲ ਕਈ ਥਾਵਾਂ 'ਤੇ ਦੱਸੀ ਆ ਬੰਦਿਆਂ ਨੂੰ, ਥੋੜ੍ਹੀ ਹਾਸੇ ਵਾਲੀ ਵੀ ਆ, ਗੰਭੀਰ ਵੀ ਹੈ, ਕਿ ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੋਏ, ਮੈਂ ਉੱਥੇ ਰੋਡੇ ਪਿੰਡ ਸੀ ਅਤੇ ਮੈਂ ਉੱਥੇ ਲੋਕ ਅਫਸੋਸ ਕਰਨ ਆ ਰਹੇ ਸੀ ਘਰ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਕੋਲ, ਸੱਥਰ ਵਿਛਿਆ ਹੋਇਆ ਸੀ। ਉੱਥੇ ਇੱਕ ਪਿੰਡ ਦਾ ਬਜ਼ੁਰਗ ਆਇਆ, ਉਹਨੇ ਬਾਬਾ ਜੋਗਿੰਦਰ ਸਿੰਘ ਨੂੰ ਕਿਹਾ, ਕਹਿੰਦਾ ਜੋਗਿੰਦਰ ਸਿੰਘ ਗਲਤੀ ਤੇਰੀ ਵੀ ਹੈ, ਮੁੰਡੇ ਨੂੰ ਸਮਝਾਇਆ ਤੂੰ ਵੀ। ਹੁਣ ਇੱਕ ਬੰਦੇ ਦੀ ਮਨੋਵਸਥਾ ਨਾ, ਉਹਦੀ ਕਿੰਨੀ ਸਾਦਗੀ ਹੈ, ਕਿੰਨੀ ਮਾਸੂਮੀਅਤ ਆ ਉਹਦੇ ਗੱਲ ਕਹਿਣ 'ਚ। ਉਹਨਾਂ ਨੂੰ ਸੰਤ ਇੱਕ ਮੁੰਡਾ ਹੀ ਲੱਗਦਾ ਨਾ, ਵੀ ਇੱਕ ਜੋਗਿੰਦਰ ਸਿੰਘ ਦਾ ਮੁੰਡਾ ਹੈ। ਆਹ ਫਰਕ ਹੁੰਦਾ ਜਦੋਂ ਤੁਸੀਂ ਮਨੁੱਖ ਦੇ ਮਨੋਵਿਗਿਆਨ ਨੂੰ ਉਸ ਲੈਵਲ 'ਤੇ, ਉਸ ਪੱਧਰ 'ਤੇ ਲਿਆ ਕੇ ਸਮਝਣ ਦਾ ਯਤਨ ਕਰਦੇ ਹੋ ਵੀ ਇਹ ਕਿਵੇਂ ਹੋ ਸਕਦਾ, ਬੰਦੇ ਡਰੇ ਨਾ ਹੋਣ, ਭੱਜੇ ਨਾ ਹੋਣ। ਨੰਗੀ ਤਲਵਾਰ ਲਹੂ ਨੁੱਚੜਦਾ ਦੇਖ ਕੇ ਇਹ ਤਾਂ ਐਨ ਸੰਭਵ ਹੈ। ਆਹ ਕੁਤਾਹੀ ਜਿਹੜੇ ਅਜੋਕੇ ਵਿਦਵਾਨ ਉਹ ਇਹ ਕਰਦੇ। ਇੱਕ ਜਿਹੀ ਕਵੀ ਨੇ ਜਿਹੜਾ ਖੱਬੇ ਪੱਖੀ ਹੈ, ਉਹਨੇ ਇੱਕ ਕਵਿਤਾ ਲਿਖੀ ਸੀ ਮਾਤਾ ਸਾਹਿਬ ਕੌਰ ਬਾਰੇ। ਉਹਨੇ ਸਾਹਿਬ ਕੌਰ ਵੀ ਨਹੀਂ ਲਿਖਿਆ, ਸਾਹਿਬਾਂ ਦੇਵੀ ਲਿਖਿਆ ਬਸ। ਉਹ ਕਹਿੰਦਾ ਵੀ ਉਹ ਕਿਲੇ ਦੇ ਬੁਰਜ 'ਤੇ ਖੜੀ ਦੇਖ ਰਹੀ ਹੈ, ਕੋਈ ਮੂੰਗਲੀਆਂ ਫੇਰ ਰਿਹਾ, ਕੋਈ ਕਿਸੇ ਨਾਲ ਘੋਲ ਕਰ ਰਿਹਾ, ਕੋਈ ਨੇਜਾ ਸੁੱਟ ਰਿਹਾ, ਕੋਈ ਘੋੜ ਸਵਾਰੀ ਕਰ ਰਿਹਾ। ਉਹ ਦੇਖ ਕੇ ਉਹਦੇ ਕਹਿੰਦਾ ਮਨ 'ਚ ਹਸਰਤ ਆਉਂਦੀ ਕਿ ਕਾਸ਼ ਮੇਰਾ ਵੀ ਇੱਕ ਹੁੰਦਾ, ਉਹ ਵੀ ਇਹਨਾਂ 'ਚ ਸ਼ਾਮਲ ਹੁੰਦਾ। ਮੈਨੂੰ ਉਹ ਕਵਿਤਾ ਪੜ੍ਹ ਕੇ ਬੜਾ ਮਨ ਔਖਾ ਹੋਇਆ। ਜਿਹਨੂੰ ਪਤਾ ਹੀ ਨਹੀਂ ਮਾਤਾ ਸਾਹਿਬ ਕੌਰ ਕੌਣ ਸੀ। ਮੈਂ ਇੱਕ ਬੰਦੇ ਕੋਲ ਜ਼ਿਕਰ ਕੀਤਾ, ਉਹਦੇ ਦੋਸਤ ਕੋਲ ਵੀ, ਯਾਰ ਆਹ ਬੰਦੇ ਨੇ ਇਹਨੂੰ ਬਹੁਤ ਮਾੜੀ ਕਵਿਤਾ ਲਿਖੀ ਹੈ, ਇਹਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ। ਉਹਦਾ ਬੜਾ ਸਹਿਜ ਭਾਵ ਉੱਤਰ ਸੀਗਾ,
ਕਹਿੰਦਾ ਮਨੁੱਖੀ ਮਨ ਐ ਸੋਚ ਹੀ ਸਕਦਾ ਨਾ, ਜਿਹਦਾ ਮਤਲਬ ਸਾਹਿਬ ਕੌਰ ਵੀ ਇੱਕ ਮਨੁੱਖੀ ਮਨ ਹੀ ਸੀ। ਜਿਵੇਂ ਇੱਕ ਆਮ ਜਨਾਨੀ ਜਾਂ ਔਰਤ ਸੋਚ ਸਕਦੀ ਹੈ, ਪੁੱਤਰ ਦੀ ਸਿੱਖ, ਉਹ ਇੱਕ ਔਸਤਨ ਔਰਤ ਬਾਰੇ ਗੱਲ ਕਰ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮਾਤਾ ਸਾਹਿਬ ਕੌਰ ਉਹਨਾਂ ਚੋਂ ਨਹੀਂ ਸੀ। ਉਹਦੀ ਆਤਮਿਕ ਅਵਸਥਾ ਕੁਛ ਹੋਰ ਸੀ, ਉੱਥੇ ਕੋਈ ਤ੍ਰਿਸ਼ਨਾ, ਕੋਈ ਇਹੀ ਜਿਹੀ ਗੱਲ ਉਹਦੇ ਵਾਸਤੇ ਤਾਂ ਕੋਈ ਜਗ੍ਹਾ ਹੀ ਨਹੀਂ ਸੀ ਰਹੀ। ਪਰ ਉਹਨਾਂ ਦੀ ਇਹ ਕਲਪਨਾ ਤੋਂ ਦੂਰ ਹੈ। ਆਹ ਗੜਬੜਾਂ ਕਰਦੇ ਨੇ ਬੰਦੇ, ਇਹਦਾ ਨੁਕਸਾਨ ਹੁੰਦਾ। ਇੱਕ ਸ਼ੰਕਾਵਾਦੀ, ਇੱਕ ਤਰਕਵਾਦੀ ਵਰਗ ਪੈਦਾ ਹੁੰਦਾ। ਤੇ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਉਹ ਵਰਗ ਸਾਡੇ ਸਿੱਖ ਪ੍ਰਚਾਰਕਾਂ ਦਾ ਹੀ ਹੈ। ਤੇ ਪ੍ਰਚਾਰਕ ਵੀ ਉਹ ਜਿਨ੍ਹਾਂ ਦੀ ਮੰਗ ਬਹੁਤ ਹੋ ਰਹੀ ਹੈ, ਜਿਹਦਾ ਮਤਲਬ ਸਿੱਖ ਦੇ ਮਨ ਚੋਂ ਗੁਰੂ ਦਾ ਸੋਝ ਕਿੰਨਾ ਘਟ ਗਿਆ, ਨੁਕਸਾਨ ਕਿੰਨਾ ਹੋ ਗਿਆ, ਢਾਹ ਕਿੰਨੀ ਲੱਗ ਗਈ। ਅਸੀਂ ਇੱਥੇ ਪਿੱਟਦੇ ਰਹਿੰਦੇ ਹਾਂ ਯਾਰ ਲੋਕ ਮੂਰਖ ਨੂੰ ਵੋਟਾਂ ਕਿਹਨੂੰ ਪਾਈ ਜਾਂਦੇ ਨੇ। ਅਸੀਂ ਰਾਜਨੀਤੀ 'ਚ ਜੋ ਉਹਦੇ ਪ੍ਰਗਟਾਵੇ ਹੋ ਰਹੇ ਨੇ ਬਸ ਉਹਦੀ ਕਲਪਦੇ ਹਾਂ। ਉਹ ਤਾਂ ਰਾਜਨੀਤੀ 'ਚ ਤਾਂ ਉਹ ਇੱਕ ਪ੍ਰਗਟਾਵਾ ਹੋ ਰਿਹਾ, ਬਿਮਾਰੀ ਤਾਂ ਕੋਈ ਹੋਰ ਹੈ। ਉਹ ਤਾਂ ਰੋਗ ਦਾ ਲੱਛਣ ਹੈ ਨਾ, ਇੱਕ ਰਾਜਨੀਤੀ 'ਚ ਜੋ ਕੁਛ ਹੋ ਰਿਹਾ। ਰੋਗ ਤਾਂ ਹੋਰ ਹੈ, ਰੋਗ ਦੀ ਜੜ ਤੱਕ ਨਹੀਂ ਜਾਂਦੀ। ਤੇ ਜਿੰਨਾ ਚਿਰ ਜੜ ਤੱਕ ਨਹੀਂ ਜਾਵਾਂਗੇ, ਇਹ 50 ਇਲੈਕਸ਼ਨਾਂ ਵੀ ਆ ਜਾਣ, ਪੰਥ ਦੀ ਹਾਲਤ ਨਹੀਂ ਸੁਧਰਦੀ। ਹਰ ਇਲੈਕਸ਼ਨ 'ਚ ਯਤਨ ਕੀ ਹੁੰਦਾ ਯਾਰ, ਐਤਕੀ ਆਪਾਂ ਜਿਹੜੇ ਬੰਦੇ ਨੇ ਨਾ ਪੰਥਕ, ਉਹਨਾਂ ਨੂੰ ਇਕੱਠੇ ਕਰ। ਅੱਛਾ, ਫੇਰ ਉਹਦਾ ਕੁਛ ਨਹੀਂ ਬਣਦਾ, ਫੇਰ ਲੋਕਾਂ ਨੂੰ, ਸੰਗਤ ਨੂੰ ਗਾਲਾਂ। ਇੱਥੇ ਨਹੀਂ ਕੁਛ ਬਣ ਸਕਦਾ, ਲੋਕ ਹੀ ਮੂਰਖ, ਲੋਕ ਮੂਰਖ ਨਹੀਂ, ਲੋਕਾਂ ਨੂੰ ਮੂਰਖ ਬਣਾਇਆ ਗਿਆ। ਤੇ ਜਿੰਨਾ ਚਿਰ ਉਹ ਜਿਵੇਂ ਬਣਾਇਆ ਗਿਆ ਤੁਸੀਂ ਉਸ ਨੂੰ ਸਮਝਦੇ ਨਹੀਂ ਤੇ ਉਹਦਾ ਇੰਤਜ਼ਾਮ ਨਹੀਂ ਕਰਦੇ, ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਅੱਜ ਕੱਲ੍ਹ ਤਾਂ ਜਿੱਥੇ ਬੈਠਾਂਗੇ ਨਾ ਇਲੈਕਸ਼ਨਾਂ ਤੋਂ ਬਾਅਦ ਜੀ, ਹੁਣ SGPC ਤੇ ਲਾ ਦਿਓ ਜ਼ੋਰ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ। ਮੈਂ ਇਹ ਗੱਲ ਪੂਰੇ ਯਕੀਨ ਨਾਲ ਕਹਿਣਾ, ਉਹਨਾਂ ਇਲੈਕਸ਼ਨਾਂ ਦਾ ਰਿਜ਼ਲਟ ਵੀ ਇਹੋ ਜਿਹਾ ਆਊ, ਇਦੋਂ ਵੀ ਭੈੜਾ ਹੋ ਸਕਦਾ। ਇਦੋਂ ਵੱਡੇ ਠੱਗ ਤੇ ਚੋਰ ਬਾਦਲਾਂ ਨੂੰ ਹਟਾ ਕੇ ਆ ਸਕਦੇ, ਪਰ ਇਹਦਾ ਮਤਲਬ ਇਹ ਨਹੀਂ ਬਾਦਲਾਂ ਨੂੰ ਰੱਖੀ ਰੱਖੋ। ਪਰ ਇਹ ਵੀ ਨਾ ਹੋਵੇ ਵੀ ਬਸ ਢਾਹ ਲਏ ਜੀ, ਢਾਹ ਲਿਆ, ਬਸ ਬਦੀ ਢਾਹ ਲਈ। ਬਦੀ ਦੀ ਜੜ ਬਹੁਤ ਡੂੰਘੀ ਹੈ, ਤੇ ਜਿੰਨੇ ਚਿਰ ਜੜ ਨੂੰ ਨਹੀਂ ਪਛਾਣਦੇ ਤੇ ਉੱਥੋਂ ਜਾ ਕੇ ਉਹਨੂੰ ਪੁੱਟਦੇ ਨਹੀਂ, ਉਹਨਾਂ ਚਿਰ ਇਹ ਗੱਲ ਨਹੀਂ। ਉਹ ਜੜ ਆ ਪਈ ਹੈ, ਗੁਰੂ ਦੀ ਪਛਾਣ ਭੁੱਲ ਗਏ ਹਾਂ। ਜਿੰਨਾ ਚਿਰ ਗੁਰੂ ਦੀ ਪਛਾਣ ਨਹੀਂ ਹੋਊ, ਅਸੀਂ ਹਾਰਾਂਗੇ, ਅਸੀਂ ਰੁਲਾਂਗੇ। ਭਾਵੇਂ ਪ੍ਰਵਾਸ ਦਾ ਸੰਤਾਪ ਭੋਗ ਲਓ, ਭਾਵੇਂ ਨਸ਼ਿਆਂ ਵੱਲ ਨੂੰ ਲੱਗ ਜਾਓ, ਤੇ ਭਾਵੇਂ ਕੁਛ ਹੋਰ ਕਰ ਲਓ। ਗੁਰੂ ਦੀ ਮੁਕੰਮਲ ਪਛਾਣ, ਉਹਦੇ ਵਾਸਤੇ ਬਹੁਤ ਸਾਧਨਾ ਦੀ ਲੋੜ ਹੈ। ਨਾਮ ਸਿਮਰਨ ਤੋਂ ਬਿਨਾਂ ਤੁਹਾਨੂੰ ਗੁਰੂ ਦੀ ਪਛਾਣ ਨਹੀਂ ਆ ਸਕਦੀ। ਤੇ ਹੁਣ ਸਾਡੇ ਉਹਨਾਂ ਨੇ ਅਰਥ ਇਹਦੇ ਵੀ ਬਦਲਤੇ ਨਾਮ ਸਿਮਰਨ ਦੇ, ਤਰਕਵਾਦੀਆਂ ਨੇ, ਪ੍ਰਚਾਰਕਾਂ ਨੇ, ਤੇ ਦੂਜਿਆਂ ਨੇ ਵੀ। ਸੋ ਕਾਫੀ ਵੱਡਾ ਮਸਲਾ, ਪਰ ਇੱਕ ਗੱਲ 'ਚ ਵਿਸ਼ਵਾਸ ਰੱਖੋ ਕਿ ਗੁਰੂ 'ਚ ਤਾਕਤ ਬੜੀ। ਵੱਡੇ ਵੱਡੇ ਤਖਤ ਵੀ ਆਏ, ਬਾਦਸ਼ਾਹੀਆਂ ਆਈਆਂ, ਉਹ ਵੀ ਨਹੀਂ ਖਤਮ ਕਰ ਸਕੇ। ਖਤਮ ਨਹੀਂ ਹੋਣਾ, ਰੋਲਾਂਗੇ ਅਜੇ। ਇਸ ਰੁਲਣ ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਤੋਂ ਸਿੱਖਣ ਦੀ ਤੇ ਚਤੰਨ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ, ਤੇ ਕੋਈ ਉਪਾਅ ਕਰਨ ਦੀ ਲੋੜ ਹੈ। ਸੋ ਮੇਰਾ ਖਿਆਲ ਹੈ ਕਿ ਕਾਫੀ ਸਮਾਂ ਹੋ ਗਿਆ। ਸੋ ਇੰਨੀਆਂ ਕਿ ਮੇਰੇ ਮਨ ਦੇ ਵਿੱਚ ਸੀ ਕਿ ਕੁਛ ਵਿਚਾਰਾਂ ਕੀਤੀਆਂ ਜਾਣ,
ਸੋ ਇਹ ਇੱਕ ਮੇਰੇ ਵੱਲੋਂ ਯਤਨ ਹੈ ਕਿ ਅਸੀਂ ਜਦੋਂ ਵੀ ਇਹੋ ਜਿਹੇ ਇਤਿਹਾਸਕ ਦਿਹਾੜਿਆਂ 'ਤੇ ਜੁੜੀਏ ਤਾਂ ਗੱਲਾਂ ਇਸ ਪੱਧਰ 'ਤੇ ਜਾ ਕੇ, ਇਸ ਗਹਿਰਾਈ 'ਚ ਜਾ ਕੇ, ਇਸ ਗੰਭੀਰਤਾ ਨਾਲ ਵਿਚਾਰੀਆਂ ਜਾਣ ਤਾਂ ਬੜਾ ਕੁਛ ਪਿਆ। ਤਾਂ ਕੌਮ ਰਾਖ 'ਚੋਂ ਵੀ ਆਪਦੀ ਚੁੱਕ ਖੜੀ ਹੋ ਸਕਦੀ। ਇਹ ਪੰਜਾਬ ਦੀ ਧਰਤੀ ਦੇ ਜਿਹੜੇ ਮਿੱਟੀ ਦੇ ਕਣ ਹੈ ਨਾ, ਉਹਨਾਂ 'ਤੇ ਵੀ ਬਖਸ਼ਿਸ਼ ਹੋਈ। ਸੋ ਹਰਿੰਦਰ ਸਿੰਘ ਮਹਿਬੂਬ ਨੇ ਇਹ ਨਿਚੋੜ ਕੱਢਿਆ ਸੀ ਕਿ ਜਿਹੜਾ ਉਹ ਇੰਤਜ਼ਾਰ ਖਤਮ ਹੋਇਆ 2 ਸਦੀਆਂ ਦਾ ਗੁਰੂ ਦੀ ਪਛਾਣ ਦਾ, ਉਹ 10 ਪਾਤਸ਼ਾਹੀਆਂ ਦੀ ਇੱਕ ਬਖਸ਼ਿਸ਼ ਸੀ ਉਸ ਸਿੰਧ ਦੇ ਉੱਤੇ, ਸੰਗਤ ਦੇ ਉੱਤੇ 10 ਪਾਤਸ਼ਾਹੀਆਂ ਦੀ ਬਖਸ਼ਿਸ਼ ਸੀ। ਤੇ ਉਸ ਛਿਣ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਨਹੀਂ ਸੀ, ਉਹਨਾਂ 'ਚ 10 ਪਾਤਸ਼ਾਹੀਆਂ ਦਾ ਤੇਜ ਸ਼ਾਮਲ ਸੀਗਾ। ਉਸ ਬਖਸ਼ਿਸ਼ ਦਾ ਬੋਝ ਉਠਾਉਣਾ ਸੌਖਾ ਨਹੀਂ ਸੀ। ਸਾਨੂੰ ਤਾਂ ਇੱਥੇ ਮਾੜਾ ਜਿਹਾ ਕੋਈ ਰਿਜ਼ਲਟ ਵੀ ਚੰਗਾ ਆ ਜੇ ਨਾ ਕਿਸੇ ਇਮਤਿਹਾਨ 'ਚ, ਉਹ ਵੀ ਬੰਦਿਆਂ ਨੂੰ ਕਈ ਵਾਰ ਝੱਲਣਾ ਔਖਾ ਹੋ ਜਾਂਦਾ। ਲਾਟਰੀ ਨਿਕਲਿਆ। ਤੁਸੀਂ ਸੋਚੋ 2 ਸਦੀਆਂ ਤੋਂ ਜਿਹੜੀ ਕੌਮ ਤਰਲੋ ਮੱਛੀ ਹੋ ਰਹੀ ਹੈ ਕਿ ਕਦੋਂ ਸਾਡੇ 'ਤੇ ਬਖਸ਼ਿਸ਼ ਹੋ ਗਈ, ਅਤੇ ਉਹ 10 ਪਾਤਸ਼ਾਹੀਆਂ ਉਸ ਛਿਣ ਦੇ ਉੱਤੇ ਤੁਹਾਡੇ 'ਤੇ ਬਖਸ਼ਿਸ਼ ਕਰ ਰਹੀਆਂ। ਸੋ ਸੀਸ ਮੰਗਣ ਦਾ ਹੁਕਮ ਇਕੱਲੇ ਗੁਰੂ ਦਾ ਨਹੀਂ ਸੀ, ਉਹ 10 ਪਾਤਸ਼ਾਹੀਆਂ ਦਾ ਸੀ। ਉਹਦਾ ਤੇਜ ਝੱਲਣਾ ਇੰਨਾ ਸੌਖਾ ਨਹੀਂ ਸੀ। ਸੀ ਜੇ ਕਿਤੇ ਚੁੱਪ ਵੀ ਵਰਤੀ ਜਾਂ ਗੰਭੀਰਤਾ ਵੀ ਆਈ। ਸੋ ਮੇਰਾ ਖਿਆਲ ਹੈ ਕਿ ਹੁਣ ਆਪਾਂ ਇੱਥੇ ਗੱਲਬਾਤ ਨੂੰ ਖਤਮ ਕਰੀਏ। ਕਾਫੀ ਸਮਾਂ ਹੋ ਗਿਆ, ਫਿਰ ਮੌਕਾ ਮਿਲਿਆ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।